हेलो स्टूडेंट्स, माय नेम इज़ अजीतपाल सिंह। आई एम योर साइंस टीचर। तो बेटा अज ਆਪਾਂ ਜਿਹੜਾ ਚੈਪਟਰ ਸੀਗਾ ਨਿਊਟ੍ਰੀਸ਼ਨ ਇਨ ਪਲਾਂਟਸ, ਇਹਦਾ ਆਪਾਂ ਰਹਿੰਦਾ ਹੋਇਆ ਜਿਹੜਾ ਹਿੱਸਾ ਹੈਗਾ, ਜਿਹੜਾ ਇਹਦਾ ਬਾਕੀ ਹਿੱਸਾ ਬੇਟਾ ਉਹ ਅੱਜ ਪੂਰਾ ਕਰਾਂਗੇ। ਤਾਂ ਨਾਲ ਦੀ ਨਾਲ ਹੀ ਅੱਜ ਮੈਂ ਇੱਥੇ ਜਿਹੜੇ ਥੋੜੇ ਕੁਐਸਚਨਸ ਨੇਗੇ ਉਹ ਵੀ ਟਿਕ ਕਰਵਾ ਦੂੰਗਾ ਤੇ ਉਹ ਤੁਸੀਂ ਆਪਦੀ ਨੀਟ ਨੋਟਬੁੱਕ ਦੇ ਉੱਤੇ ਕਰ ਲੈਣੇ ਨੇ। ਠੀਕ ਹੈ, ਬਾਕੀ ਜਿਹੜੇ ਐਕਸਰਸਾਈਜ਼ਸ ਨੇ ਉਹ ਤੁਸੀਂ ਬੁੱਕ ਦੇ ਉੱਤੇ ਹੀ ਕਰ ਸਕਦੇ ਹੋ। ਬਟ ਜਿਹੜੇ ਤੁਹਾਡੇ ਇੱਕ ਤਾਂ ਹੈਗੇ ਨੇ ਬੇਟਾ ਮੈਚ ਦਾ ਫੋਲੋਇੰਗਸ ਤੇ ਕੁਐਸਚਨ ਆਨਸਰਸ, ਇਹ ਤੁਸੀਂ ਕਰਨੇ ਨੇ ਆਪਦੇ ਨੀਟ ਨੋਟਬੁੱਕ ਦੇ ਉੱਤੇ। ਠੀਕ ਹੈ, ਤੇ ਬਾਕੀ ਵੀ ਤੁਸੀਂ ਬਾਕੀ ਬੁੱਕ ਦੇ ਉੱਤੇ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ ਜੀ। ਤਾਂ ਆਪਣੇ ਕੋਲ ਜਿਹੜਾ ਲਾਸਟ ਪਾਰਟ ਬਚਿਆ ਸੀਗਾ ਉਹ ਆਪਣੇ ਕੋਲ ਸੀ ਹੈਟਰੋਟੋਪਿਕ ਦੇ ਵਿੱਚ ਆਪਾਂ ਇਨਸੈਕਟੀਵੋਰਸ ਪੜ੍ਹ ਲਏ ਸੀ ਬੇਟਾ, ਜਿਹਦੇ ਵਿੱਚ ਪਿਕਚਰ ਪਲਾਂਟ ਆਉਂਦਾ ਸੀ। ਨੈਕਸਟ ਇਜ਼ ਸੈਪਰੋਫਾਈਟਿਕ ਪਲਾਂਟ। ਹੁਣ ਬੇਟਾ ਸੈਪਰੋਫਾਈਟਿਕ ਕੀ ਹੁੰਦੇ ਨੇ? ਠੀਕ ਹੈ, ਸੈਪਰੋਫਾਈਟਿਕ ਬੇਸਿਕਲੀ ਇਹਨਾਂ ਨੇ ਇੱਥੇ ਪਲਾਂਟਸ ਕਹੇ ਨੇ, ਬਟ ਇਹ ਪਲਾਂਟਸ ਨਹੀਂ ਹੁੰਦੇ, ਫੰਗਸ ਹੁੰਦੀ ਆ ਬੇਸਿਕਲੀ। ਠੀਕ ਹੈ ਜੀ, ਫੰਗਸ। ਤੇ ਫੰਗਸ ਆ ਨਾ ਬੇਟਾ ਜਿਹੜੀ ਉਹ ਪਲਾਂਟ ਨਹੀਂ ਹੁੰਦੀ, ਇਹ ਤੁਹਾਨੂੰ 9th ਕਲਾਸ 'ਚ ਜਾ ਕੇ ਪਤਾ ਲੱਗੂ। ਟਿਲ ਨਾਓ ਤੁਸੀਂ ਫੰਗਸ ਨੂੰ ਤੇ ਪਲਾਂਟ ਨੂੰ ਸੇਮ ਮੰਨੋਗੇ, ਕਿਉਂਕਿ ਫੰਗਸ ਦੇ ਵਿੱਚ ਕੁਝ ਗੁਣ ਪਲਾਂਟ ਵਰਗੇ ਹੁੰਦੇ ਨੇ। ਇਹਨਾਂ ਦੀਆਂ ਜੜਾਂ ਹੁੰਦੀਆਂ ਨੇ, ਇਹਨਾਂ ਦੀਆਂ ਟਾਹਣੀਆਂ ਹੁੰਦੀਆਂ ਨੇ, ਬਟ ਉਹ ਬਹੁਤ ਹੀ ਜ਼ਿਆਦਾ ਬਰੀਕ ਤੇ ਮਹੀਨ ਹੁੰਦੀਆਂ ਨੇ, ਤਾਂ ਕਰਕੇ ਆਪਾਂ ਨੂੰ ਉਹ ਮਾਈਕਰੋਸਕੋਪ ਦੇ ਵਿੱਚ ਦਿਖਦੀਆਂ ਨੇ। ਠੀਕ ਹੈ ਜੀ। ਤੇ ਕਹਿੰਦਾ ਫਿਰ ਸੈਪਰੋਫਾਈਟਿਕ ਪਲਾਂਟ ਕਿਹੜੇ ਹੁੰਦੇ ਨੇ? ਕਹਿੰਦਾ ਸੈਪਰੋਫਾਈਟਿਕ ਪਲਾਂਟਸ ਆਰ ਦੋਜ਼ ਪਲਾਂਟ ਵਿਚ ਫੀਡ ਔਨ ਡੈਡ ਐਂਡ ਡਿਕੇਇੰਗ ਮੈਟਰ, ਜਿਹੜੇ ਡੈਡ ਤੇ ਡਿਕੇਇੰਗ ਮੈਟਰ ਦੇ ਉੱਤੇ ਫਲਦੇ ਫੁੱਲਦੇ ਨੇ। ਫੀਡ ਦਾ ਮਤਲਬ ਉਹਨਾਂ ਤੋਂ ਭੋਜਨ ਲੈਂਦੇ ਨੇ। ਡੈਡ ਤੇ ਡਿਕੇਇੰਗ ਮੈਟਰ ਕਿਹੜਾ ਹੋ ਗਿਆ? ਗਲਿਆ ਸੜਿਆ ਪਦਾਰਥ। The food gets digested outside the cell or even outside of the body। ਕਹਿੰਦਾ ਜਿਹੜਾ ਇਹ ਭੋਜਨ ਹੁੰਦਾ ਨਾ, ਇਹ ਆਰਗੇਨਿਜ਼ਮ ਅੰਦਰ ਨਹੀਂ ਲੈਂਦਾ ਹੈਗਾ। ਜਿਵੇਂ ਆਪਾਂ ਤਾਂ ਖਾਂਦੇ ਆ ਪਹਿਲਾਂ ਭੋਜਨ, ਫੇਰ ਡਾਈਜੈਸਟ ਕਰਦੇ ਆ, ਇਹ ਉਹ ਕੀ ਕਰਦਾ, ਉਹ ਬੋਡੀ ਤੋਂ ਬਾਹਰ ਹੀ ਇਹਨੂੰ ਡਾਈਜੈਸਟ ਕਰ ਲੈਂਦਾ। ਕਿਵੇਂ ਕਰ ਲੈਂਦਾ? ਇਹ ਆਪਣੇ ਡਾਈਜੈਸਟਿਵ ਜੂਸ ਹੁੰਦਾ ਜਿਹੜਾ, ਉਹ ਉਸ ਭੋਜਨ ਦੇ ਉੱਤੇ ਕੀ ਕਰ ਦਿੰਦਾ, ਸਪਰੈਡ ਕਰ ਦਿੰਦਾ। ਫਿਰ ਉਹ ਭੋਜਨ ਉੱਥੇ ਹੀ ਡਾਈਜੈਸਟ ਹੋ ਕੇ ਫਿਰ ਇਹ ਜਿਹੜੀ ਚੀਜ਼ ਬਚਦੀ ਆ ਪਿੱਛੋਂ, ਇੱਕ ਲਿਕੁਇਡ ਟਾਈਪ ਬਚਦਾ, ਉਹਨੂੰ ਇਹ ਇਨਟੇਕ ਕਰਦਾ ਗਾ। ਠੀਕ ਹੈ ਜੀ। The organism secrete digestive juice directly on the food. These digestive juice make the food soluble and organism absorb it directly। ਠੀਕ ਹੈ ਜੀ, ਉਹ ਇਹਨੂੰ ਡਾਇਰੈਕਟਲੀ ਐਬਜ਼ੌਰਬ ਕਰਦਾ ਗਾ। ਇੱਕ ਵਾਰ ਆਪਣੇ ਮੂੰਹ ਚੋਂ, ਜਿਵੇਂ ਆਪਾਂ ਕਹਿ ਦਈਏ, ਆਪਾਂ ਹਿਊਮਨ ਕੀ ਕਰੇ, ਹਿਊਮਨ ਆਪਣਾ ਡਾਈਜੈਸਟਿਵ ਜੂਸ ਬਾਹਰ ਕੱਢੇ, ਰੋਟੀ ਦੇ ਉੱਤੇ ਸਿੱਟ ਦੇ। ਠੀਕ ਹੈ, ਫਿਰ ਉਹ ਉਹਨੂੰ ਘੋਲ ਲੇ, ਐਬਜ਼ੌਰਬੇਬਲ ਬਣਾ ਲਏ, ਫਿਰ ਆਪਾਂ ਚੱਕ ਕੇ ਉਹ ਖਾ ਜਾਈਏ, ਉਵੇਂ ਕਰਦੇ ਨੇ ਇਹ। ਠੀਕ ਹੈ, ਇਹ ਆਪਣੀ ਡਾਈਜੈਸਟਿਵ ਜੂਸ ਪਹਿਲਾਂ ਬਾਹਰ ਕੱਢਦੇ ਨੇਗੇ, ਫਿਰ ਉਹਨੂੰ ਪਚਾ ਲੈਂਦੇ ਨੇ ਭੋਜਨ ਨੂੰ, ਗਲੇ ਸੜੇ ਭੋਜਨ ਨੂੰ। ਫਿਰ ਉਹੀ ਜਿਹੜਾ ਪਚਿਆ ਹੋਇਆ ਭੋਜਨ ਆ, ਜਿਹੜਾ ਡਾਈਜੈਸਟਿਵ ਜੂਸ ਨਾਲ ਬਚਿਆ ਹੋਇਆ ਸੀ, ਉਹਨੂੰ ਇਨਟੇਕ ਕਰ ਲੈਂਦੇ ਨੇ, ਐਬਜ਼ੌਰਬ ਕਰ ਲੈਂਦੇ ਨੇ। ਠੀਕ ਹੈ ਜੀ। ਐਗਜ਼ਾਮਪਲ ਹੈ ਇਹਨਾਂ ਦੀ ਰਾਈਜ਼ੋਪਸ, ਠੀਕ ਹੈ, ਯੀਸਟ ਤੇ ਮਸ਼ਰੂਮ। ਬੇਟਾ ਮਸ਼ਰੂਮ ਦਾ ਜਿਹੜਾ ਆਪਣਾ ਸਾਇੰਟੀਫਿਕ ਨੇਮ ਆ ਉਹ ਐਗਰੀਕਸ ਆ। ਠੀਕ ਹੈ, ਇਹ ਯਾਦ ਰੱਖਣਾ, ਇਹ ਤੁਹਾਨੂੰ ਕੁਐਸਚਨ ਵੀ ਆਊਗਾ। ਐਗਰੀਕਸ, ਠੀਕ ਹੈ, ਐਗਰੀਕਸ ਇਹ ਖਾਣ ਵਾਲਾ ਮਸ਼ਰੂਮ ਹੀ ਹੁੰਦਾ। ਠੀਕ ਹੈ, ਜਿਹੜਾ ਮਸ਼ਰੂਮ ਆਪਾਂ ਖਾਂਦੇ ਆ ਉਹ ਕੀ ਹੁੰਦਾ, ਉਹ ਇੱਕ ਫੰਗਸ ਹੁੰਦੀ ਆ। ਠੀਕ ਹੈ, ਫੰਗਸ ਇਜ਼ ਅਨਦਰ ਥਿੰਗ, ਪਲਾਂਟ ਇਜ਼ ਅਨਦਰ, ਬਟ ਇਨ ਦਿਸ ਚੈਪਟਰ ਪਲਾਂਟ ਤੇ ਫੰਗਸ ਇੱਕੋ ਨੇਗੀਆਂ, ਤਾਂ ਕਰਕੇ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ। ਅਦਰਵਾਈਜ਼ ਫੰਗਸ ਡਿਫਰੈਂਟ ਥਿੰਗ ਆ। ਠੀਕ ਹੈ, ਉਹ ਪਲਾਂਟ ਨਹੀਂ ਹੈਗੀ। ਅਦਰਵਾਈਜ਼ ਫੰਗਸ ਇਜ਼ ਅ ਡਿਫਰੈਂਟ ਥਿੰਗ। ਤੇ ਬਟ ਹੁਣ ਦੇ ਲਈ ਤੁਸੀਂ ਮੰਨ ਲਓ ਵੀ ਫੰਗਸ ਤੇ ਪਲਾਂਟ ਸੇਮ ਨੇਗੇ। ਠੀਕ ਹੈ, ਦਿਸ ਟਾਈਪ ਆਫ ਨਿਊਟ੍ਰੀਸ਼ਨ ਇਜ਼ ਕਾਲਡ ਸੈਪਰੋਫਾਈਟਿਕ ਨਿਊਟ੍ਰੀਸ਼ਨ। ਐਗਜ਼ਾਮਪਲਾਂ ਇਹਦੀਆਂ ਯਾਦ ਰੱਖਣੀਆਂ ਨੇ। ਮਸ਼ਰੂਮ ਦਾ ਜਿਹੜਾ ਸਾਇੰਟੀਫਿਕ ਨੇਮ ਉਹ ਹੈ ਐਗਰੀਕਸ। ਠੀਕ ਹੈ, ਸਾਇੰਟੀਫਿਕ ਨੇਮ ਕਿਉਂ ਰੱਖੇ ਜਾਂਦੇ ਨੇ ਬੇਟਾ? ਤਾਂ ਕਿ ਪੂਰੇ ਵਰਲਡ ਦੇ ਉੱਤੇ ਆਪਾਂ ਦੇਖੋ, ਹੁਣ ਆਪਾਂ ਮਸ਼ਰੂਮ ਨੂੰ ਖੁੰਭਾ ਕਹਿੰਦੇ ਆ, ਇੰਡੀਆ 'ਚ ਪੰਜਾਬ 'ਚ ਖੁੰਭਾ ਕਹਿੰਦੇ ਨੇ, ਇੰਡੀਆ ਦੇ ਕਿਸੇ ਹੋਰ ਹਿੱਸੇ 'ਚ ਕੁਛ ਹੋਰ ਕਹਿੰਦੇ ਹੋਣਗੇ। ਠੀਕ ਹੈ, ਅਮਰੀਕਾ 'ਚ ਕੁਛ ਹੋਰ ਕਹਿੰਦੇ ਹੋਣਗੇ, ਕੈਨੇਡਾ 'ਚ ਕੁਛ ਹੋਰ ਕਹਿੰਦੇ ਹੋਣਗੇ। ਬਟ ਕੀ ਜੇ ਆਪਾਂ ਇਹ ਗੱਲ ਕਰਨ ਲੱਗ ਜਾਈਏ ਤਾਂ ਸਾਰੇ ਆਪਣੀ ਗੱਲ ਸਮਝਣਗੇ? ਨਹੀਂ ਸਮਝਣਗੇ ਨਾ। ਤਾਂ ਕਰਕੇ ਇੱਕ ਸਾਇੰਸ ਦੇ ਜਿਹੜੇ ਸਾਇੰਟਿਸਟ ਨੇ ਉਹ ਇੱਕ ਪੂਰਾ ਪੱਕਾ ਨਾਮ ਪੂਰੇ ਵਰਲਡ ਲਈ ਰੱਖ ਲੈਂਦੇ ਨੇ, ਦੈਟ ਇਜ਼ ਨੋਨ ਐਜ਼ ਸਾਇੰਟੀਫਿਕ ਨੇਮ। ਤਾਂ ਮਸ਼ਰੂਮ ਦਾ ਸਾਇੰਟੀਫਿਕ ਨੇਮ ਹੈਗਾ ਐਗਰੀਕਸ, ਇਹ ਯਾਦ ਰੱਖਣਾ ਤੁਸੀਂ। ਨੈਕਸਟ ਇਜ਼ ਬੇਟਾ ਸਿੰਬਾਇਓਟਿਕ ਪਲਾਂਟਸ। ਸਿੰਬਾਇਓਟਿਕ ਦਾ ਮਤਲਬ ਕੀ ਆ? ਇਹ ਉਹ ਪਲਾਂਟ ਨੇਗੇ ਜਾਂ ਫਿਰ ਇਹ ਉਸ ਤਰ੍ਹਾਂ ਦੇ ਆਰਗੇਨਿਜ਼ਮ ਨੇ ਜਿਹੜੇ ਕਿਸੇ ਦੂਜੇ ਪਲਾਂਟ ਜਾਂ ਐਨੀਮਲ ਨਾਲ ਰਹਿ ਕੇ ਨਾ ਉਹਦਾ ਫਾਇਦਾ ਕਰਦੇ ਨੇ ਤੇ ਆਪਦਾ ਭੋਜਨ ਲੈਂਦੇ ਨੇ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਐਨੀਮਲ ਲਾਈਫ ਦੇ ਵਿੱਚ ਦੇਖੀਏ ਤਾਂ ਜਿਹੜੇ ਕੌ ਹੁੰਦੇ ਨੇ, ਕੌ ਜਾਂ ਬਗਲੇ ਦੇਖੇ ਨੇ ਤੁਸੀਂ, ਚਿੱਟੇ ਬਗਲੇ ਹੁੰਦੇ ਨੇ ਜਾਂ ਕੌ ਹੁੰਦੇ ਨੇ, ਉਹ ਜਦੋਂ ਮੱਝਾਂ ਹੁੰਦੀਆਂ ਨੇ ਜਿਹੜੀਆਂ ਬੇਟਾ, ਉਹ ਟੋਬੇ 'ਚ ਨਹਾਉਣ ਜਾਂਦੀਆਂ ਨੇ ਤਾਂ ਉਹ ਮੱਝਾਂ ਦੇ ਉੱਤੇ ਆ ਕੇ ਬਹਿ ਜਾਂਦੇ ਨੇ ਤੇ ਉਹਨਾਂ ਦੇ ਉਹ ਚਿੱਚੜ ਖਾਂਦੇ ਨੇ, ਹੈ ਨਾ। ਤੁਸੀਂ ਦੇਖਿਆ ਹੋਊਗਾ, ਪਿੰਡਾਂ 'ਚ ਰਹਿੰਦੇ ਹੋ ਤੁਸੀਂ ਸਾਰੇ, ਮੱਝਾਂ ਦੇ ਉੱਤੇ ਬਗਲੇ ਜਾਂ ਕੌ ਆ ਕੇ ਬਹਿ ਜਾਂਦੇ ਨੇ, ਉਹ ਉਹਨਾਂ ਦੇ ਬੋਡੀ ਤੋਂ ਕੁਛ ਲਾਹੀ ਜਾਂਦੇ ਹੁੰਦੇ ਨੇ ਤੇ ਖਾਈ ਜਾਂਦੇ ਹੁੰਦੇ ਨੇ। ਇਸ ਤਰ੍ਹਾਂ ਦਾ ਰਿਲੇਸ਼ਨ ਕੀ ਆ ਬੇਟਾ? ਇਹ ਸਿੰਬਾਇਓਟਿਕ ਰਿਲੇਸ਼ਨ ਆ। ਦੇਖੋ, ਬਗਲੇ ਨੂੰ ਜਾਂ ਕੌ ਨੂੰ ਤਾਂ ਉਹਦਾ ਭੋਜਨ ਮਿਲ ਗਿਆ, ਮੱਝ ਨੂੰ ਕੀ ਹੋਇਆ, ਜਿਹੜੀ ਆਪਣੀ ਬਫੈਲੋ ਆ, ਮੱਝ ਨੂੰ ਚਿੱਚੜਾਂ ਤੋਂ ਆਜ਼ਾਦੀ ਮਿਲ ਗਈ। ਇਹਦਾ ਮਤਲਬ ਦੋਨਾਂ ਦਾ ਫਾਇਦਾ ਹੋ ਗਿਆ। ਜਦੋਂ ਦੋਨਾਂ ਦਾ ਫਾਇਦਾ ਹੋਵੇ
ਉਹਨੂੰ ਆਪਾਂ ਬੋਲਦੇ ਹਾਂ ਸਿੰਬਾਇਓਟਿਕ ਰਿਲੇਸ਼ਨ। ਕਿਹੜਾ ਰਿਲੇਸ਼ਨ ਬੋਲਦੇ ਹਾਂ? ਸਿੰਬਾਇਓਟਿਕ ਰਿਲੇਸ਼ਨ। ਤਾਂ ਸਿੰਬਾਇਓਟਿਕ ਰਿਲੇਸ਼ਨ ਦੇ ਵਿੱਚ ਸਿੰਬਾਇਓਟਿਕ ਪਲਾਂਟਸ ਆ ਜਾਂਦੇ ਨੇ ਪੁੱਤ। ਕਈ ਪਲਾਂਟ ਇਸ ਤਰ੍ਹਾਂ ਦੇ ਨੇ ਜਿਹੜੇ ਬਹੁਤ ਉੱਚੇ ਪਲਾਂਟ ਨੇਗੇ, ਠੀਕ ਹੈ, ਵੱਡੇ ਵੱਡੇ ਪਲਾਂਟ ਨੇ। ਰੈਡਵੁੱਡ ਦੇ ਟਰੀਜ਼ ਨੇ ਅਮਰੀਕਾ ਦੇ ਵਿੱਚ, ਰੈਡਵੁੱਡ ਬਹੁਤ ਵੱਡੇ ਵੱਡੇ ਟਰੀਜ਼ ਨੇ ਰੈਡਵੁੱਡ ਦੇ, ਠੀਕ ਹੈ। ਉਹਨਾਂ ਦੇ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਨਾ ਉਹ ਬਹੁਤ ਡੂੰਘੀਆਂ ਹੁੰਦੀਆਂ ਨੇ, ਤੇ ਉਹਨਾਂ ਦੀਆਂ ਜੜ੍ਹਾਂ ਉੱਤੇ ਨਾ ਇੱਕ ਫੰਗਸ ਜੰਮ ਜਾਂਦੀ ਆ। ਉਹ ਫੰਗਸ ਕੀ ਕਰਦੀ ਆ? ਉਹ ਫੰਗਸ ਉਹਨਾਂ ਦੀਆਂ ਜੜ੍ਹਾਂ ਨੂੰ ਪਾਣੀ ਸੋਖਣ ਦੇ ਵਿੱਚ ਹੈਲਪ ਕਰਦੀ ਆ, ਠੀਕ ਹੈ, ਨਿਊਟਰੀਐਂਟਸ ਲੈਣ ਦੇ ਵਿੱਚ ਹੈਲਪ ਕਰਦੀ ਆ। ਤਾਂ ਪੌਦੇ ਨੂੰ ਤਾਂ ਫਾਇਦਾ ਹੋ ਗਿਆ ਉਸ ਫੰਗਸ ਦਾ। ਫੰਗਸ ਨੂੰ ਕੀ ਫਾਇਦਾ? ਫੰਗਸ ਬੇਟਾ ਉਹਨਾਂ ਦੀਆਂ ਜੜ੍ਹਾਂ ਉੱਤੇ ਸ਼ੈਲਟਰ ਦੇ ਤੌਰ ਤੇ ਰਹਿੰਦੀ ਆ। ਮਤਲਬ ਉਹ ਜਿਹੜੇ ਪੌਦਿਆਂ ਦੀਆਂ ਜੜ੍ਹਾਂ ਨੇ ਉਹ ਫੰਗਸ ਨੂੰ ਕੀ ਦਿੰਦੀਆਂ ਨੇ? ਸ਼ੈਲਟਰ ਦਿੰਦੀਆਂ ਨੇ। ਸ਼ੈਲਟਰ ਦੇਣ ਦਾ ਮਤਲਬ ਹੁੰਦਾ ਰਹਿਣ ਲਈ ਜਗ੍ਹਾ ਦਿੰਦੀਆਂ ਨੇਗੀਆਂ। ਤਾਂ ਇਹ ਦੋਨਾਂ ਦਾ ਫਾਇਦਾ ਹੋ ਗਿਆ। ਮਤਲਬ ਇਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਸਿੰਬਾਇਓਟਿਕ ਰਿਲੇਸ਼ਨ ਦੇ ਵਿੱਚ। ਇੱਕ ਜਿਹੜਾ ਪੈਰਾਸਾਈਟ ਪੜ੍ਹਿਆ ਸੀ ਆਪਾਂ, ਪੈਰਾਸਾਈਟ ਦੇ ਵਿੱਚ ਇੱਕ ਦਾ ਨੁਕਸਾਨ ਹੁੰਦਾ, ਦੂਜੇ ਦਾ ਫਾਇਦਾ ਹੁੰਦਾ, ਠੀਕ ਹੈ, ਜਿਵੇਂ ਕਸਕਿਊਟਾ ਪਲਾਂਟ ਸੀਗਾ। ਬਟ ਇਹਦੇ ਵਿੱਚ ਕੀ ਹੁੰਦਾ? ਇਹ 'ਚ ਦੋਨਾਂ ਦਾ ਫਾਇਦਾ ਹੁੰਦਾ, ਠੀਕ ਹੈ। ਤਾਂ ਇਹਦੀ ਐਗਜ਼ਾਮਪਲ ਹੈ, ਸਭ ਤੋਂ ਵਧੀਆ ਐਗਜ਼ਾਮਪਲ ਜਿਹੜੇ ਲਾਰਜ ਟਰੀਜ਼ ਨੇ ਰੈਡਵੁੱਡ ਦੇ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਫੰਗਸ ਆ। ਫੰਗਸ ਨਿਊਟਰੀਐਂਟ ਐਬਜ਼ੌਰਬ ਕਰਦੀ ਆ ਉਹਦੇ ਵਿੱਚੋਂ, ਕੀ ਕਹਿੰਦੇ ਹੁੰਦੇ ਨੇ, ਆਪਣਾ ਸੋਇਲ ਦੇ ਵਿੱਚੋਂ। ਤੇ ਜਿਹੜਾ ਉਹ ਟਰੀ ਹੈਗਾ ਉਹ ਫੰਗਸ ਨੂੰ ਉੱਥੇ ਰਹਿਣ ਲਈ ਜਗ੍ਹਾ ਪ੍ਰੋਵਾਈਡ ਕਰਦਾ ਹੈਗਾ, ਉਹਦੀਆਂ ਜੜ੍ਹਾਂ, ਠੀਕ ਹੈ। ਤੇ ਇਸ ਤਰ੍ਹਾਂ ਦੇ ਰਿਲੇਸ਼ਨ ਨੂੰ ਨਾ ਆਪਾਂ ਮਾਈਕੋਰਜ਼ੀਆ ਬੋਲਦੇ ਹਾਂ, ਠੀਕ ਹੈ। ਮਾਈਕੋਰਜ਼ੀਆ ਸਪੈਲਿੰਗ ਲਿਖੇ ਹੋਏ ਨੇ ਬੇਟਾ, MYCORRHIZA ਹੈ ਨਾ, ਜੀ ਬੋਲਦੇ ਨੇ ਵੈਸੇ ਜ਼ੈਡ ਨੂੰ, ਤਾਂ ZA ਕਹਿ ਦਿਓ ਤੁਸੀਂ, ਮਾਈਕੋਰਜ਼ੀਆ, ਠੀਕ ਹੈ। ਇਸ ਤਰ੍ਹਾਂ ਦਾ ਰਿਲੇਸ਼ਨ। ਕਿਹੜਾ ਰਿਲੇਸ਼ਨ? ਜਿਹਦੇ ਵਿੱਚ ਇੱਕ ਲਾਰਜ ਪਲਾਂਟ, ਠੀਕ ਹੈ, ਲਾਰਜ ਟਰੀ ਦੀਆਂ ਜੜ੍ਹਾਂ ਦੇ ਵਿੱਚ ਫੰਗਸ ਚਲੀ ਜਾਵੇ ਜਾਂ ਉੱਥੇ ਪੈਦਾ ਹੋ ਜੇ ਤੇ ਉਹ ਹੈਲਪ ਕਰੇ ਟਰੀ ਨੂੰ ਨਿਊਟਰੀਐਂਟਸ ਐਬਜ਼ੌਰਬ ਕਰਨ ਲਈ, ਦੈਟ ਇਜ਼ ਨੋਨ ਐਜ਼ ਅ ਸਿੰਬਾਇਓਟਿਕ ਰਿਲੇਸ਼ਨ। ਐਂਡ ਤੇ ਉਸ ਰਿਲੇਸ਼ਨ ਨੂੰ ਆਪਾਂ, ਲਾਰਜ ਟਰੀ ਤੇ ਫੰਗਸ ਦੇ ਰਿਲੇਸ਼ਨ ਨੂੰ ਆਪਾਂ ਮਾਈਕੋਰਜ਼ੀਆ ਬੋਲਦੇ ਹਾਂ, ਠੀਕ ਹੈ। ਤੇ ਦੇਖੋ ਆਪਾਂ ਪੜ੍ਹਦੇ ਹਾਂ, ਟੂ ਡਿਫਰੈਂਟ ਕਾਈਂਡ ਆਫ ਆਰਗੈਨਿਜ਼ਮ ਲਿਵ ਟੂਗੈਦਰ ਐਂਡ ਸ਼ੇਅਰ ਸ਼ੈਲਟਰ ਐਂਡ ਨਿਊਟ੍ਰੀਸ਼ਨ, ਦਿਸ ਇਜ਼ ਕਾਲਡ ਸਿੰਬਾਇਓਟਿਕ ਰਿਲੇਸ਼ਨਸ਼ਿਪ, ਠੀਕ ਹੈ। ਕਹਿੰਦਾ ਦੋ ਅਲੱਗ-ਅਲੱਗ ਤਰ੍ਹਾਂ ਦੇ ਆਰਗੈਨਿਜ਼ਮ ਨੇ ਜਿਹੜੇ ਜਦੋਂ ਉਹ ਇਕੱਠੇ ਰਹਿੰਦੇ ਨੇ, ਸ਼ੇਅਰ ਕਰਦੇ ਨੇ। ਕੀ ਸ਼ੇਅਰ ਕਰਦੇ ਨੇ? ਸ਼ੈਲਟਰ। ਸ਼ੈਲਟਰ ਦਾ ਮਤਲਬ ਰਹਿਣ ਅਸਥਾਨ, ਠੀਕ ਹੈ, ਅਤੇ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਦਾ ਮਤਲਬ ਭੋਜਨ ਵਗੈਰਾ ਸਾਰਾ ਕੁਝ। ਦਿਸ ਇਜ਼ ਕਾਲਡ ਸਿੰਬਾਇਓਟਿਕ ਰਿਲੇਸ਼ਨ। ਇਨ ਦਿਸ ਬੋਥ ਦਾ ਆਰਗੈਨਿਜ਼ਮ ਆਰ ਬੈਨੀਫਿਟਡ, ਦੇਖੋ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ। ਇਨ ਦਿਸ ਬੋਥ ਦਾ ਆਰਗੈਨਿਜ਼ਮ ਆਰ ਬੈਨੀਫਿਟਡ ਫਰੋਮ ਈਚ ਅਦਰ, ਦੈਟ ਇਜ਼ ਸਰਟਨ ਫੰਜਾਈ ਲਿਵ ਇਨ the roots of trees, ਠੀਕ ਹੈ, they receive shelter and nutrition from the tree and in return they help the tree to absorb water and minerals from soil। ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ, ਉਹ ਕਹਿੰਦਾ ਟਰੀ ਤੋਂ ਤਾਂ ਸ਼ੈਲਟਰ ਤੇ ਨਿਊਟਰੀਐਂਟਸ ਲੈ ਲੈਂਦੇ ਨੇ ਤੇ ਹੈਲਪ ਕਰਦੇ ਨੇ ਟਰੀ ਨੂੰ ਕੀ ਕਰਨ ਲਈ? ਐਬਜ਼ੌਰਬ ਕਰਨ ਵਾਸਤੇ ਵਾਟਰ ਤੇ ਮਿਨਰਲ ਮਿੱਟੀ ਦੇ ਵਿੱਚੋਂ। ਇਸ ਤਰ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਆਪਾਂ ਬੋਲਦੇ ਹਾਂ ਮਾਈਕੋਰਜ਼ੀਆ। ਇੱਕ ਹੋਰ ਰਿਲੇਸ਼ਨਸ਼ਿਪ ਹੁੰਦਾ ਬੇਟਾ ਜਿਹ 'ਚ ਲਾਈਕਨ ਇਜ਼ ਐਨ ਅਨਦਰ ਐਗਜ਼ਾਮਪਲ ਆਫ ਦਿਸ ਸਿੰਬਾਇਓਟਿਕ ਰਿਲੇਸ਼ਨਸ਼ਿਪ। ਉਹ ਹੈਗੀ ਆ ਬਿਟਵੀਨ ਐਲਗੀ ਐਂਡ ਫੰਜਾਈ। ਐਲਗੀ ਬੇਟਾ ਕੀ ਆ? ਐਲਗੀ ਵਾਟਰ ਪਲਾਂਟ ਆ ਨਾ, ਵਾਟਰ ਪਲਾਂਟ ਐਕੁਆਟਿਕ ਪਲਾਂਟ ਹੁੰਦਾ ਐਲਗੀ। ਐਲਗੀ ਤੇ ਫੰਜਾਈ ਦੇ ਵਿੱਚ ਵੀ ਇੱਕ ਰਿਲੇਸ਼ਨ ਬਣਦਾ, ਠੀਕ ਹੈ, ਜਿਹਦੇ ਵਿੱਚ ਕੀ ਹੁੰਦੀ ਆ? ਐਲਗੀ ਕੀ ਕਰਦੀ ਆ? ਐਲਗੀ ਫੋਟੋਸਿੰਥੇਸਿਸ ਕਰਦੀ ਆ, ਠੀਕ ਹੈ। ਲਾਈਕਨ ਜਿਹੜੀ ਫੰਗਸ ਹੁੰਦੀ ਆ, ਫੰਗਸ ਕੀ ਕਰਦੀ ਆ? ਫੰਗਸ ਨਿਊਟਰੀਐਂਟ ਐਬਜ਼ੌਰਬ ਕਰਦੀ ਆ। ਤਾਂ ਜਿਹੜੀ ਐਲਗੀ ਹੁੰਦੀ ਆ ਉਹ ਫੰਗਸ ਦੇ ਉੱਤੇ ਲੱਗ ਜਾਂਦੀ ਆ। ਇਹ ਦੋਨੇ ਇੱਕ ਦੂਜੇ ਨਾਲ ਕੀ ਰਹਿੰਦੇ ਨੇ? ਸਿੰਬਾਇਓਟਿਕ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ। ਐਲਗੀ ਭੋਜਨ ਬਣਾਉਂਦੀ ਆ, ਫੰਗਸ ਪਾਣੀ ਪ੍ਰੋਵਾਈਡ ਕਰਦੀ ਹੈ ਐਲਗੀ ਨੂੰ, ਠੀਕ ਹੈ। ਤਾਂ ਇੱਕ ਤਰ੍ਹਾਂ ਨਾਲ ਦੋਨਾਂ ਦਾ ਫਾਇਦਾ ਹੋ ਗਿਆ। ਐਲਗੀ ਨੇ ਫੰਗਸ ਵਾਲਾ ਭੋਜਨ ਖਾ ਲਿਆ, ਫੰਗਸ ਨੇ ਐਲਗੀ ਵਾਲਾ ਭੋਜਨ ਖਾ ਲਿਆ ਤੇ ਐਲਗੀ ਨੇ ਫੰਗਸ ਤੋਂ ਪਾਣੀ ਵਗੈਰਾ ਲੈ ਲਿਆ, ਠੀਕ ਹੈ। ਤਾਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਇਹ ਕੀ ਕਰਦੇ ਨੇ? ਇੱਕ ਦੂਜੇ ਨਾਲ ਦੋਸਤੀ ਕਰਕੇ ਰੱਖਦੇ ਨੇ। ਤਾਂ ਇਹ ਦੂਜੀ ਐਗਜ਼ਾਮਪਲ ਆ ਲਾਈਕਨਸ। ਲਾਈਕਨਸ ਆਰ ਦਾ ਸੈਕੰਡ ਐਗਜ਼ਾਮਪਲ ਆਫ ਯੂ ਕੈਨ ਸੇ ਸਿੰਬਾਇਓਟਿਕ ਰਿਲੇਸ਼ਨਸ਼ਿਪ। ਪਹਿਲੀ ਐਗਜ਼ਾਮਪਲ ਕੀ ਆ? ਮਾਈਕੋਰਜ਼ੀਆ। ਮਾਈਕੋਰਜ਼ੀਆ ਇਹ ਤੁਸੀਂ ਚਲੋ ਸ਼ਬਦ ਭਾਵੇਂ ਨਾ ਯਾਦ ਰੱਖਿਓ, ਬਟ ਇਹ ਚੀਜ਼ ਜ਼ਰੂਰ ਯਾਦ ਰੱਖਿਓ ਵੀ ਵੱਡੇ ਦਰਖਤਾਂ ਦੀਆਂ ਜੜ੍ਹਾਂ ਦੇ ਵਿੱਚ ਫੰਗਸ ਆ ਜਿਹੜੀ ਉਹ ਸ਼ੈਲਟਰ ਤੇ ਨਿਊਟਰੀਐਂਟਸ ਲੈਂਦੀ ਆ ਤੇ ਉਹ ਵੱਡੇ ਦਰਖਤਾਂ ਨੂੰ ਕੀ ਪ੍ਰੋਵਾਈਡ ਕਰਾਉਂਦੀ ਆ ਬੇਟਾ? ਪਾਣੀ ਤੇ ਨਿਊਟਰੀਐਂਟਸ ਪ੍ਰੋਵਾਈਡ ਕਰਾਉਂਦੀ ਆ ਸੋਇਲ ਦੇ ਵਿੱਚੋਂ। ਇਹ ਜਿਹੜਾ ਮਾਈਕੋਰਜ਼ੀਆ ਸ਼ਬਦ ਆ ਇਹਨਾਂ ਤੁਹਾਨੂੰ +1 ਦੇ ਵਿੱਚ ਆਊਗਾ ਜੇ ਤੁਸੀਂ ਸਾਇੰਸ ਲਓਗੇ, ਠੀਕ ਹੈ, 11ਵੀਂ ਕਲਾਸ ਦੇ ਵਿੱਚ ਆਊਗਾ। ਦ ਫੰਜਾਈ ਤੇ ਬਟ ਲਾਈਕਨ ਜ਼ਰੂਰ ਯਾਦ ਰੱਖਣਾ, ਲਾਈਕਨ ਤੁਸੀਂ ਜ਼ਰੂਰ ਯਾਦ ਰੱਖਣਾਗਾ। ਇਟ ਇਜ਼ ਦਾ ਸਿੰਬਾਇਓਟਿਕ ਰਿਲੇਸ਼ਨਸ਼ਿਪ ਬਿਟਵੀਨ ਐਲਗੀ ਐਂਡ ਫੰਜਾਈ। ਲਾਈਕਨ ਜ਼ਰੂਰ ਯਾਦ ਰੱਖਣਾਗਾ। ਦ ਫੰਗਸ ਐਬਜ਼ੌਰਬ ਵਾਟਰ ਐਂਡ ਪ੍ਰੋਵਾਈਡ ਸ਼ੈਲਟਰ ਐਂਡ ਇਨ ਰਿਟਰਨ ਐਲਗੀ ਪ੍ਰੋਵਾਈਡ ਫੂਡ, ਕਿਉਂਕਿ ਐਲਗੀ ਆਪਣਾ ਭੋਜਨ ਆਪ ਤਿਆਰ ਕਰ ਸਕਦੀ ਹੈ ਨਾ, ਕਿਉਂਕਿ ਐਲਗੀ ਕੀ ਆ? ਗ੍ਰੀਨ ਪਲਾਂਟ ਆ ਉਹ।
ਉਦੋਂ ਬਾਅਦ ਬੇਟਾ ਸੈਪਰੋਫਾਈਟਿਕ ਨਿਊਟ੍ਰੀਸ਼ਨ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ, ਕਹਿੰਦਾ ਲੈਬ ਦੇ ਵਿੱਚ ਦੇਖ ਸਕਦੇ ਹਾਂ। ਕਹਿੰਦਾ ਕੁਛ ਨਹੀਂ, ਇੱਕ ਬ੍ਰੈਡ ਲਓ, ਬ੍ਰੈਡ ਨੂੰ ਥੋੜਾ ਗਿੱਲਾ ਕਰਕੇ 4-5 ਦਿਨ ਲਈ ਰੱਖ ਦਿਓ, ਉਹ ਕੀ ਹੋ ਜੂ, ਉਹਦੇ ਉੱਤੇ ਫੰਗਸ ਲੱਗ ਜੂ, ਜਿਹਨੂੰ ਆਪਾਂ ਆਮ ਸ਼ਬਦ ਦੇ ਵਿੱਚ ਉੱਲੀ ਕਹਿ ਦਿੰਦੇ ਹਾਂ। ਠੀਕ ਹੈ, ਉਹਨੂੰ ਉੱਲੀ ਲੱਗ ਜੂ। ਉੱਲੀ ਕੀ ਹੈ? ਉੱਲੀ ਫੰਗਸ ਹੈ। ਠੀਕ ਹੈ, ਇਹ ਦੇਖਣ ਨੂੰ ਪੌਦਿਆਂ ਵਰਗੀ ਲੱਗੂਗੀ ਬਟ ਇਹ ਪੌਦਾ ਨਹੀਂ ਹੁੰਦੀ, ਬਟ ਇਸ ਚੈਪਟਰ ਦੇ ਵਿੱਚ ਇਹਨੂੰ ਪੌਦਾ ਹੀ ਬਣਾਇਆ ਗਿਆ। ਠੀਕ ਹੈ, ਕਿਉਂਕਿ ਬੇਟਾ ਫੰਗਸ ਤੇ ਪਲਾਂਟ ਨਾ ਬਹੁਤ ਲੇਟ ਜਾ ਕੇ ਡਿਫਰੈਂਸ਼ੀਏਟ ਹੋਏ ਨੇ। ਠੀਕ ਹੈ, ਸਾਇੰਟਿਸਟ ਨੇ ਬਹੁਤ ਲੇਟ ਪਤਾ ਕੀਤਾ ਵੀ ਫੰਗਸ ਤੇ ਪਲਾਂਟ ਕੀ ਨੇ, ਡਿਫਰੈਂਟ ਨੇਗੇ। ਟਿਲ ਤੁਹਾਡੀ 7ਵੀਂ ਕਲਾਸ ਦੇ ਵਿੱਚ ਫੰਗਸ ਤੇ ਪਲਾਂਟ ਇੱਕ ਤਰ੍ਹਾਂ ਦੀ ਹੋਣਗੇ, ਬਟ ਜਦੋਂ ਤੁਸੀਂ 9th ਕਲਾਸ ਦੇ ਵਿੱਚ ਚਲੇ ਜਾਓਗੇ ਨਾ ਤਾਂ ਫੰਗਸ ਅਲੱਗ ਨਿਕਲ ਜੂਗੀ ਤੇ ਪਲਾਂਟਸ ਅਲੱਗ ਨਿਕਲ ਜਾਣਗੇ। ਇਹਦਾ ਖਾਸ ਖਿਆਲ ਰੱਖਣਾ, ਅੱਗੇ ਤੱਕ ਇਹ ਯਾਦ ਰੱਖਣੀ ਹੈ ਇਹ ਚੀਜ਼। ਠੀਕ ਹੈ, ਤੇ ਇੱਕ ਤੁਸੀਂ ਯਾਦ ਰੱਖਣਾਗਾ ਮਸ਼ਰੂਮ ਦਾ ਸਾਇੰਟਿਫਿਕ ਨੇਮ ਐਗਰੀਕਸ। ਠੀਕ ਹੈ ਜੀ, ਚਲੋ ਆਪਾਂ ਦੇਖਦੇ ਹਾਂ। ਕਹਿੰਦਾ ਡਿਪ ਅ ਸਲਾਈਸ ਆਫ ਬ੍ਰੈਡ ਇਨ ਵਾਟਰ, ਕੀਪ ਇਟ ਇਨ ਵਾਰਮ ਐਂਡ ਮੋਇਸਟ ਪਲੇਸ ਫॉर 2 to 3 days until it start decomposing and you can see cotton like structure, spots ਆ ਜਾਣਗੇ ਉਹਦੇ ਉੱਤੇ। ਠੀਕ ਹੈ, ਜਿਵੇਂ ਉਹਤੇ ਰੂੰ ਜੀ ਆ ਜਾਂਦੀ ਹੈ, ਛੋਟੀ ਛੋਟੀ ਜੀਆਂ ਲਾਈਨਾਂ ਜੀਆਂ ਆ ਜਾਂਦੀਆਂ ਨੇ ਰੂੰ ਵਰਗੀਆਂ। ਦੀ ਸਟਰਕਚਰ ਮੇ ਵੀ ਵਾਈਟ, ਇਹ ਚਿੱਟੀਆਂ ਹੋ ਸਕਦੀਆਂ ਨੇ, ਗ੍ਰੀਨ ਹੋ ਸਕਦੀਆਂ ਨੇ, ਬਰਾਊਨ ਹੋ ਸਕਦੀਆਂ ਨੇ, ਜਾਂ ਕਿਸੇ ਵੀ ਰੰਗ ਦੀਆਂ ਹੋ ਸਕਦੀਆਂ ਨੇ। ਠੀਕ ਹੈ, ਇਹੀ ਕੀ ਆ? ਇਹ ਫੰਗਸ ਆ ਬੇਟਾ। ਇਹ ਕੀ ਕਰ ਰਹੀ ਆ? ਇਹ ਉਹਨੂੰ ਗਲਾ ਸੜਾ ਰਹੀ ਆ। ਥੋੜੇ ਟਾਈਮ ਬਾਅਦ ਉਹ 'ਚ ਸਮੈਲ ਆਉਣ ਲੱਗ ਜੂਗੀ, ਉਹ ਵਾਲਾ ਜਿਹੜਾ ਬ੍ਰੈਡ ਪੀਸ ਹੋਊਗਾ ਉਹ ਗਲ ਸੜ ਜਾਊਗਾ ਤੇ ਫੰਗਸ ਉਹਦੇ ਉੱਤੇ ਗਰੋ ਕਰ ਜੂਗੀ। ਜਿਵੇਂ ਆਪਾਂ ਕਹਿੰਦੇ ਉੱਲੀ ਲੱਗੀ ਕਿਸੇ ਚੀਜ਼ ਨੂੰ, ਉੱਲੀ ਕਦੋਂ ਲੱਗਦੀ ਹੁੰਦੀ ਆ? ਉੱਲੀ ਉਦੋਂ ਲੱਗੂਗੀ ਜਦੋਂ ਆਪਾਂ ਕਿਸੇ ਚੀਜ਼ ਨੂੰ ਸਿੱਲ ਦੇ ਵਿੱਚ ਰੱਖਾਂਗੇ, ਮੋਇਸਟ ਪਲੇਸ ਦੇ ਵਿੱਚ ਰੱਖਾਂਗੇ। ਤਾਂ ਹੀ ਆਪਾਂ ਕਹਿੰਦੇ ਹੁੰਦੇ ਆ ਵੀ ਕੱਪੜਿਆਂ ਨੂੰ ਧੁੱਪ ਲਵਾ ਦਿਓ ਜੀ, ਗੱਦਿਆਂ ਨੂੰ ਧੁੱਪ ਲਵਾ ਦਿਓ। ਕਿਉਂ? ਤਾਂ ਕਿ ਉਹਨਾਂ ਨੂੰ ਉੱਲੀ ਨਾ ਲੱਗ ਜੇ। ਉਹ ਪਏ ਕਈ ਵਾਰ ਉੱਥੇ ਸਪੇਸ ਕੀ ਹੋ ਜਾਂਦੀ ਆ? ਮੋਇਸਟ ਸਪੇਸ ਹੋ ਜਾਂਦੀ ਆ। ਗਰਮ ਤੇ ਮੋਇਸਟ ਸਪੇਸ ਦੇ ਵਿੱਚ ਕੀ ਹੁੰਦੀ ਆ? ਉੱਲੀ ਲੱਗਦੀ ਆ ਹਮੇਸ਼ਾ। ਠੀਕ ਹੈ ਜੀ, ਜਿਹੜੀ ਕੀ ਹੁੰਦੀ ਆ? ਫੰਗਸ। ਕਨਕਲੂਜਨ, these cotton like structure are saprophytic plant, they take part in nutrition from decaying bread। ਇਹ ਕੀ ਨੇ? ਫੰਗਸ ਨੇਗੇ। ਸੈਪਰੋਫਾਈਟਿਕ ਪਲਾਂਟ ਹੀ ਬੋਲਿਆ ਗਿਆ, ਦੇਖੋ ਇਸ ਚੈਪਟਰ ਦੇ ਵਿੱਚ ਇਹਨਾਂ ਨੂੰ ਫੰਗਸ ਨੂੰ ਪਲਾਂਟ ਹੀ ਬੋਲਿਆ ਗਿਆ ਹੈਗਾ। ਠੀਕ ਹੈ, they take their nutrition from decaying bread, ਇਹ ਗਲੇ ਸੜੇ ਬ੍ਰੈਡ ਤੋਂ ਆਪਦਾ ਨਿਊਟ੍ਰੀਸ਼ਨ ਲੈ ਰਹੇ ਨੇ। ਉਦੋਂ ਬਾਅਦ ਇੱਕ ਲਾਸਟ ਜਿਹੜਾ ਪੈਰਾਗਾ ਉਹ ਆ, ਕਹਿੰਦਾ ਹਾਊ ਨਿਊਟਰੀਐਂਟਸ ਆਰ ਰੀਪਲੈਨਿਸ਼ਡ ਇਨ ਸੋਇਲ। ਕਹਿੰਦਾ ਸੋਇਲ ਦੇ ਵਿੱਚ ਮਤਲਬ ਧਰਤੀ ਦੇ ਵਿੱਚ ਜਿਹੜੇ ਨਿਊਟਰੀਐਂਟਸ ਨੇ, ਆਪਾਂ ਕਹੀ ਜਾਂਦੇ ਹਾਂ, ਆਪਾਂ ਸ਼ੁਰੂ ਤੋਂ ਗੱਲ ਕਰ ਰਹੇ ਹਾਂ ਬੇਟਾ ਵੀ ਕੀ ਕਰਦੇ ਨੇ ਪੌਦੇ? ਨਿਊਟਰੀਐਂਟਸ ਐਬਜ਼ੌਰਬ ਕਰਦੇ ਨੇ, ਪੌਦੇ ਨਿਊਟਰੀਐਂਟ ਐਬਜ਼ੌਰਬ ਕਰਦੇ ਨੇ। ਇਹਦਾ ਮਤਲਬ ਕੀ ਹੋਇਆ? ਜਿਹੜੇ ਪੌਦੇ ਨੇ ਉਹਨਾਂ ਨੂੰ, ਜਿਹੜੇ ਧਰਤੀ ਆ ਉਹਦੇ ਵਿੱਚ ਨਿਊਟਰੀਐਂਟ ਦੀ ਫਿਰ ਤਾਂ ਕਮੀ ਹੋ ਜੂਗੀ, ਪਰ ਇਹ ਕਮੀ ਨਹੀਂ ਹੁੰਦੀ। ਇਹ ਕਮੀ ਕਿਉਂ ਨਹੀਂ ਹੁੰਦੀ? ਕਿਉਂਕਿ ਬੇਟਾ ਜਿਹੜੇ ਪੌਦਿਆਂ ਦੇ ਪੱਤੇ ਹੁੰਦੇ ਨੇ ਉਹ ਨੀਚੇ ਡਿੱਗ ਜਾਂਦੇ ਨੇ। ਠੀਕ ਹੈ, ਪੌਦਿਆਂ ਦੇ ਫਲ ਵੀ ਨੀਚੇ ਡਿੱਗ ਜਾਂਦੇ ਨੇ, ਉਹ ਉੱਥੇ ਪਏ ਗਲ ਸੜ ਜਾਂਦੇ ਨੇ। ਉਹ ਗਲ ਸੜ ਜਾਂਦੇ ਨੇ ਜਦੋਂ ਜਿੰਨੇ ਵੀ ਉਹਨਾਂ 'ਚ ਨਿਊਟਰੀਐਂਟਸ ਹੁੰਦੇ ਨੇ ਉਹ ਦੁਬਾਰੇ ਧਰਤੀ ਦੇ ਵਿੱਚ ਘੁਲ ਜਾਂਦੇ ਨੇ। ਠੀਕ ਹੈ, ਤਾਂ ਇਹ ਸਾਰਾ ਚੱਕਰ ਦੁਬਾਰੇ ਚੱਲਦਾ ਰਹਿੰਦਾ। ਤੇ ਜਿਹੜੇ ਆਰਗੇਨਿਜ਼ਮ ਉਹਨਾਂ ਨੂੰ ਗਾਲਦੇ ਸਾੜਦੇ ਨੇ ਤੇ ਜਿਹੜੇ ਉਹਨਾਂ 'ਚ ਨਿਊਟਰੀਐਂਟਸ ਹੁੰਦੇ ਨੇ ਉਹਨਾਂ ਨੂੰ ਧਰਤੀ 'ਚ ਦੁਬਾਰਾ ਪਾਉਂਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਡੀਕੰਪੋਜ਼ਰਸ। ਕੀ ਬੋਲਦੇ ਉਹਨਾਂ ਨੂੰ ਆਪਾਂ? ਡੀਕੰਪੋਜ਼ਰਸ। ਤਾਂ ਡੀਕੰਪੋਜ਼ਰ ਕੀ ਕਰਦੇ ਨੇ? ਕਿਸੇ ਮਰੀ ਹੋਈ ਚੀਜ਼ ਨੂੰ ਗਾਲ ਸਾੜ ਕੇ ਉਹਨੂੰ ਮਿੱਟੀ ਵਰਗਾ ਬਣਾ ਦਿੰਦੇ ਨੇ ਤੇ ਮਿੱਟੀ ਦੇ ਵਿੱਚ ਹੀ ਉਹਦੇ ਸਾਰੇ ਜਿੰਨੇ ਵੀ ਨਿਊਟਰੀਐਂਟਸ ਹੁੰਦੇ ਨੇ, ਚਾਹੇ ਉਹ 'ਚ ਕਾਰਬਨ ਹੈ, ਆਕਸੀਜਨ ਹੈ, ਹਾਈਡਰੋਜਨ ਹੈ, ਨਾਈਟ੍ਰੋਜਨ ਹੈ, ਕੁਝ ਵੀ ਹੈ, ਕੈਲਸ਼ੀਅਮ ਹੈ, ਫਾਸਫੋਰਸ ਹੈ, ਉਹ ਸਾਰਾ ਕੁਝ ਮਿੱਟੀ ਦੇ ਵਿੱਚ ਦੁਬਾਰਾ ਮਿਲਾ ਦਿੰਦੇ ਨੇ। ਆਪਾਂ ਕਹਿੰਦੇ ਨਹੀਂ ਵੀ ਸਾਰਾ ਕੁਝ ਮਿੱਟੀ 'ਚ ਮਿਲਾਤਾ, ਉਹ ਦੁਬਾਰਾ ਮਤਲਬ ਮਿੱਟੀ ਨੂੰ ਕੀ ਕਰਤਾ? ਨਿਊਟਰੀਐਂਟ ਵਾਲਾ ਕਰਤਾ, ਨਿਊਟਰੀਐਂਟ ਪਾਤੇ ਉਹਨਾਂ ਦੇ ਵਿੱਚ। ਠੀਕ ਹੈ, ਮਤਲਬ ਇਹ ਕੰਮ ਕੁਦਰਤ ਆਪ ਹੀ ਕਰ ਦਿੰਦੀ ਆ। ਪਰ ਹੁਣ ਜਿਹੜੇ ਖੇਤ ਨੇ, ਖੇਤਾਂ 'ਚ ਆਪਾਂ ਨੂੰ ਆਪ ਨਿਊਟਰੀਐਂਟ ਪਾਉਣਾ ਪੈਂਦਾ, ਕਿਉਂਕਿ ਉੱਥੇ ਆਪਾਂ ਡੀਕੰਪੋਜ਼ਰ ਰੱਖਦੇ ਨਹੀਂ। ਆਪਾਂ ਕੀ ਕਰਦੇ ਹਾਂ? ਆਪਾਂ ਸਪਰੇਅ ਕਰ ਦਿੰਦੇ ਹਾਂ ਨਾ। ਸਪਰੇਅ ਨਾਲ ਕੀ ਹੁੰਦਾ ਬੇਟਾ? ਦਵਾਈ ਪਾ ਦਿੰਦੇ ਹਾਂ, ਡੀਕੰਪੋਜ਼ਰ ਮਰ ਜਾਂਦੇ ਨੇ। ਤਾਂ ਫਿਰ ਆਪਾਂ ਨੂੰ ਉੱਥੇ ਨਿਊਟ੍ਰੀਸ਼ਨ ਆਪ ਪਾਉਣਾ ਪੈਂਦਾ। ਜਿਵੇਂ ਆਪਾਂ ਯੂਰੀਆ ਪਾਤੀ, ਠੀਕ ਹੈ, ਆਪਾਂ ਭਾਈ NPK ਪਾਤਾ, ਉਹ ਆਪਾਂ ਆਪ ਪਾਉਣੇ ਆ ਤਾਂ ਕਿ ਮਿੱਟੀ ਦੇ ਵਿੱਚ ਨਾਈਟ੍ਰੋਜਨ, ਫਾਸਫੋਰਸ, ਸਲਫਰ ਵਗੈਰਾ ਦੀ ਕਿਸੇ ਨਿਊਟਰੀਐਂਟ ਦੀ ਕਮੀ ਨਾ ਹੋਵੇ। ਪਰ ਜੰਗਲਾਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਜੰਗਲਾਂ 'ਚ ਡੀਕੰਪੋਜ਼ਰ ਹੁੰਦੇ ਨੇ ਜਿਹੜੇ ਸਾਰੀ ਚੀਜ਼ ਨੂੰ ਗਲਾ ਸੜਾ ਕੇ ਉਹਨਾਂ ਦਾ ਸਾਰਾ ਜਿਹੜਾ ਨਿਊਟਰੀਐਂਟ ਆ ਉਹ ਦੁਬਾਰਾ ਮਿੱਟੀ ਦੇ ਵਿੱਚ ਪਾ ਦਿੰਦੇ ਨੇ। ਇਹਨੂੰ ਪੜ੍ਹ ਲੈਂਦੇ ਆ। ਕਹਿੰਦਾ ਪਲਾਂਟ ਐਬਜ਼ੌਰਬ ਵਾਟਰ, ਮਿਨਰਲਸ ਐਂਡ ਨਿਊਟਰੀਐਂਟਸ ਫਰੋਮ ਸੋਇਲ। ਥੀਸ ਨਿਊਟਰੀਐਂਟ ਨੀਡ ਟੂ ਬੀ ਰੀਪਲੈਨਿਸ਼ ਇਨ ਸੋਇਲ ਸੋ ਦੈਟ ਸੋਇਲ ਰਿਮੇਨ ਫਰਟਾਈਲ। ਠੀਕ ਹੈ, ਤਾਂ ਕਿ ਸੋਇਲ ਫਰਟਾਈਲ ਰਹੇ। ਫਰਟਾਈਲ ਦਾ ਮਤਲਬ ਹੁੰਦਾ ਉਪਜਾਊ। ਉਪਜਾਊ ਦਾ ਮਤਲਬ ਹੁੰਦਾ ਜਿਹ 'ਚ ਚੰਗੀ ਤਰ੍ਹਾਂ ਨਾਲ ਪੌਦੇ ਉੱਗ ਸਕਣ। ਫਾਰਮਰ ਯੂਜ਼ਲੀ ਐਨਰਿਚ देयर ਸੋਇਲ ਬਾਈ ਐਡਿੰਗ ਮੈਨਿਓਰਸ ਐਂਡ ਫਰਟੀਲਾਈਜ਼ਰ। ਕਹਿੰਦਾ ਜਿਹੜੇ ਤਾਂ ਕਿਸਾਨ ਹੁੰਦੇ ਨੇ ਉਹ ਤਾਂ ਖਾਦਾਂ ਵਗੈਰਾ ਪਾ ਕੇ ਆਪਣਾ ਕੀ ਕਰਦੇ ਨੇ, ਖਾਦਾਂ ਵਗੈਰਾ ਪਾ ਕੇ ਸੋਇਲ ਦੇ ਵਿੱਚ ਨਿਊਟਰੀਐਂਟ ਦੁਬਾਰਾ ਰੀਪਲੈਨਿਸ਼ ਕਰਦੇ ਨੇ, ਮਤਲਬ ਦੁਬਾਰਾ ਪਾ ਦਿੰਦੇ ਨੇ। ਮਟੀਰੀਅਲਸ ਦੈਟ ਕੰਟੇਨ 1 or more nutrients but in forests no one goes to add fertilizer। ਕਹਿੰਦਾ ਜੰਗਲਾਂ 'ਚ ਤਾਂ ਨਹੀਂ ਕੋਈ ਫਰਟੀਲਾਈਜ਼ਰ ਪਾਉਣ ਜਾਂਦਾ, ਜੰਗਲਾਂ 'ਚ ਤਾਂ ਨਹੀਂ ਕੋਈ ਖਾਦ ਪਾਉਣ ਜਾਂਦਾ। ਕਹਿੰਦਾ ਉੱਥੇ ਕੀ ਹੁੰਦਾ? ਦ ਡੀਕੰਪੋਜ਼ਰਸ, ਉਹੀ ਛੋਟੇ ਛੋਟੇ ਆਰਗੇਨਿਜ਼ਮ ਜਿਹੜੇ ਗਲਾ ਛੜਾ ਦਿੰਦੇ ਨੇ ਚੀਜ਼ਾਂ ਨੂੰ। ਦ ਡੀਕੰਪੋਜ਼ਰਸ ਡੀਕੰਪੋਜ਼ ਡੈਡ ਲੀਵਸ ਐਂਡ ਐਨੀਮਲ ਮੈਟਰ ਵਿਚ ਇਨ ਟਰਨ ਐਨਰਿਚ ਦ ਸੋਇਲ।
ठीक है, तो उन्होंने गला छड़ा के उन्होंने विचली जिहड़ी चीज़ हुंदी है दुबारे धरती दे विच पा दिंदे ने, तो उत्थे दुबारा जिहड़ी सॉइल हुंदी है न्यूट्रीएंट्स नाल एनरिच हो जाती है। इन्हां दी एक बहुत ही अच्छी एग्जाम्पल है राइजोबियम। राइजोबियम एक बेटा बैक्टीरिया गा, राइजोबियम इज़ अ बैक्टीरिया। ये इस तरह का बैक्टीरिया जिहड़ा आपां नूं ना नाइट्रोजन फिक्स करन दे विच हैल्प करदा प्लांट्स दी। ठीक है, मतलब ਜਿਹੜੇ ਪਲਾਂਟ ਆਪਣੇ ਕੋਲ ਦਾਲਾਂ ਹੁੰਦੀਆਂ ਨੇ, ਦਾਲਾਂ ਆਪਾਂ ਕਹਿੰਦੇ ਆ ਦਾਲਾਂ ਪ੍ਰੋਟੀਨ ਦਾ ਬਹੁਤ ਚੰਗਾ ਸੋਮਾ ਹਨ, ਹੈ ਨਾ। ਪਲਸਿਸ ਆਰ ਦਾ ਗੁੱਡ ਸੋਰਸਿਸ ਆਫ ਪ੍ਰੋਟੀਨ। ਤਾਂ ਉਹ ਕਿੱਥੋਂ ਪ੍ਰੋਟੀਨ ਬਣਦਾ, ਮੈਂ ਤੁਹਾਨੂੰ ਦੱਸਿਆ ਸੀ ਪ੍ਰੋਟੀਨ ਨਾਈਟ੍ਰੋਜਨ ਕਰਕੇ ਬਣਦਾ ਗਾ, ਜੇ ਨਾਈਟ੍ਰੋਜਨ ਹੋਊਗੀ ਉਹਦੇ ਵਿੱਚ। ਠੀਕ ਹੈ, ਮਤਲਬ ਧਰਤੀ ਦੇ ਵਿੱਚ। ਤਾਂ ਇਹ ਜਿਹੜਾ ਰਾਈਜ਼ੋਬੀਅਮ ਆ ਬੇਟਾ, ਇਹ ਕੀ ਕਰੂਗਾ, ਇਹ फलीदार पौधे, मतलब फलीदार पौधे होंगे लैग्यूम्स, लैग्यूम्स मतलब दालां, दालां ਦੀਆਂ जड़ां ਦੇ ਵਿੱਚ ਨਾ ਇਹ ਪੈਦਾ ਹੋ ਜਾਂਦਾ, ਇਹ ਬੈਕਟੀਰੀਆ ਗਾ ਜਿਹੜਾ ਪੈਦਾ ਹੋ ਜਾਂਦਾ ਗਾ, ਤੇ ਜੜਾਂ ਦੇ ਵਿੱਚ ਐ ਨੋਡਿਊਲਸ ਬਣ ਜਾਂਦੇ ਨੇ, ਮਤਲਬ ਆਪਾਂ ਕਹੀਏ ਗੱਠਾਂ ਬਣ ਜਾਂਦੀਆਂ ਨੇ। ਇਹਨਾਂ ਦੇ ਵਿੱਚ ਕੀ ਹੁੰਦਾ, ਰਾਈਜ਼ੋਬੀਅਮ ਪ੍ਰੈਜ਼ੈਂਟ ਹੁੰਦਾ। ਇਹ ਰਾਈਜ਼ੋਬੀਅਮ ਕੀ ਕਰਦਾ, ਇਹ ਰਾਈਜ਼ੋਬੀਅਮ ਐਟਮੋਸਫੀਅਰਿਕ ਨਾਈਟ੍ਰੋਜਨ ਨੂੰ ਫਿਕਸ ਕਰ ਦਿੰਦਾ ਸੋਲੂਬਲ ਫਾਰਮ ਦੇ ਵਿੱਚ। ਕੀ ਕਰ ਦਿੰਦਾ, ਐਟਮੋਸਫੇਰਿਕ ਨਾਈਟ੍ਰੋਜਨ ਨੂੰ ਫਿਕਸ ਕਰ ਦਿੰਦਾ ਸੋਲੂਬਲ ਫਾਰਮ ਦੇ ਵਿੱਚ। ਸੋਲੂਬਲ ਫਾਰਮ ਮਤਲਬ ਜਿਹੜੀ ਫਾਰਮ ਪਾਣੀ ਦੇ ਵਿੱਚ ਘੁਲ ਕੇ ਕਿਹਦੇ 'ਚ ਚਲੀ ਜਾਵੇ, ਪੌਦਿਆਂ 'ਚ ਚਲੀ ਜਾਵੇ। ਠੀਕ ਹੈ, ਉਹ ਕੀ ਕਰਦਾ, ਨਾਈਟ੍ਰੋਜਨ ਨੂੰ ਨਾਈਟ੍ਰੇਟਸ ਬਣਾ ਦਿੰਦਾ। ਕੀ ਬਣਾ ਦਿੰਦਾ, ਨਾਈਟ੍ਰੋਜਨ ਦਾ ਨਾਈਟ੍ਰੇਟਸ। ਉਹ ਨਾਈਟ੍ਰੇਟਸ ਪਾਣੀ 'ਚ ਘੁਲ ਜਾਂਦੇ ਨੇ ਤੇ ਪੌਦੇ ਉਹਨਾਂ ਨੂੰ ਲੈ ਲੈਂਦੇ ਨੇ। ਇਹਦੇ ਨਾਲ ਕੀ ਆ, ਨਾਈਟ੍ਰੋਜਨ ਪੌਦਿਆਂ ਤੱਕ ਪਹੁੰਚ ਜਾਂਦੀ ਆ। ਤਾਂ ਇਹਨੂੰ ਆਪਾਂ ਪੜ੍ਹ ਦਿੰਦੇ ਆ। ਰਾਈਜ਼ੋਬੀਅਮ ਇਜ਼ ਅ ਬੈਕਟੀਰੀਅਮ ਦੈਟ ਲਿਵਸ ਇਨ ਦ ਰੂਟਸ ਆਫ ਲੈਗਿਊਮਿਨਸ ਪਲਾਂਟ। ठीक है, it converts atmospheric nitrogen into usable form which is utilized by plants and in return plant provides shelter to the bacterium। ਇਹ ਵੀ ਇੱਕ ਤਰ੍ਹਾਂ ਨਾਲ ਕਿਹੜਾ ਰਿਲੇਸ਼ਨ ਹੋ ਗਿਆ, ਸਿੰਬਾਇਓਟਿਕ ਰਿਲੇਸ਼ਨ ਹੋ ਗਿਆ ਰਾਈਜ਼ੋਬੀਅਮ ਦਾ ਲੈਗਿਊਮਿਨਸ ਪਲਾਂਟਸ ਦੇ ਨਾਲ। ਠੀਕ ਹੈ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਇਹ ਨੋਡਿਊਲਸ ਦੇ ਵਿੱਚ ਉਹ ਹੋ ਜਾਂਦਾ, ਰਹਿਣਾ ਸ਼ੁਰੂ ਕਰ ਦਿੰਦਾ, ਉਹਨਾਂ ਦੀ ਹੈਲਪ ਕਰਦਾ ਨਾਈਟ੍ਰੋਜਨ ਨੂੰ ਐਬਜ਼ੋਰਬ ਕਰਨ ਦੇ ਲਈ। ਠੀਕ ਹੈ, ਨਾਈਟ੍ਰੋਜਨ ਫਿਕਸਿੰਗ ਦੇ ਵਾਸਤੇ ਉਹਨਾਂ ਲਈ, ਤਾਂ ਉਹ ਉਹਨੂੰ ਸ਼ੈਲਟਰ ਦਿੰਦੇ ਨੇ, ਇਹ ਉਹਨਾਂ ਨੂੰ ਨਾਈਟ੍ਰੋਜਨ ਦਿੰਦਾ ਗਾ। ਠੀਕ ਹੈ ਜੀ, ਤਾਂ ਰਾਈਜ਼ੋਬੀਅਮ ਇਹ ਵੀ ਯਾਦ ਰੱਖਣਾ, ਇਹ ਸ਼ਬਦ ਜ਼ਰੂਰ ਯਾਦ ਰੱਖਣਾ। ਰਾਈਜ਼ੋਬੀਅਮ ਕੀ ਹੈ, ਇਹ ਇੱਕ ਬੈਕਟੀਰੀਆ ਜਿਹੜਾ ਨਾਈਟ੍ਰੋਜਨ ਫਿਕਸਿੰਗ ਦੇ ਵਿੱਚ ਹੈਲਪ ਕਰਦਾ। ਨਾਓ ਬੇਟਾ ਆਪਾਂ ਕੀ ਕਰਦੇ ਹਾਂ, ਆਪਾਂ ਅੱਗੇ ਚੱਲਦੇ ਹਾਂ ਤੇ ਆਪਾਂ ਦੇਖਦੇ ਹਾਂ ਤੁਹਾਡਾ ਇਸ ਚੈਪਟਰ ਦੇ ਕੁਐਸਚਨਸ ਤੇ ਫਿਲ ਇਨ ਦਾ ਬਲੈਂਕਸ। ਇਹ ਬੇਟਾ ਨਾਲ ਦੀ ਨਾਲ ਕਰੀ ਜਾਇਓ, ਵੈਸੇ ਮੈਂ PDF ਸੈਂਡ ਕਰਤੀ ਤਾਂ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਹੀ। The process of obtaining and utilizing of food by an organism is called nutrition। ਠੀਕ ਹੈ ਜੀ, ਕਹਿੰਦਾ ਉਹ ਪ੍ਰੋਸੈਸ ਜਿਹਦੇ ਨਾਲ ਇੱਕ ਜਿਹੜਾ ਆਰਗੇਨਿਜ਼ਮ ਆ ਉਹ ਫੂਡ ਲੈਂਦਾ ਵੀ ਆ ਤੇ ਉਹਨੂੰ ਵਰਤਦਾ ਵੀ ਆ। ਠੀਕ ਹੈ, ਫੂਡ ਲੈਣਾ ਤੇ ਵਰਤਣਾ, ਵਰਤਣਾ ਮਤਲਬ ਹਾਜ਼ਮ ਕਰਕੇ ਉਹ ਚੋਂ એનર્ਜੀ ਕੱਢਣੀ। ਆਪਾਂ ਤਾਂ ਹੀ ਭੋਜਨ ਕਰਦੇ ਆ ਨਾ ਵੀ ਆਪਾਂ એનર્ਜੀ ਮਿਲਦੀ ਰਹੇ, ਆਪਾਂ ਕੰਮ ਕਰਦੇ ਰਹੀਏ, ਆਪਣੇ ਚ ਊਰਜਾ ਮਿਲਦੀ ਰਹੇ, ਤਾਂ ਉਹ ਯੂਟਿਲਾਈਜੇਸ਼ਨ ਹੁੰਦੀ ਆ ਫੂਡ ਦੀ। ਠੀਕ ਹੈ, ਇਸ ਕਾਲਡ ਨਿਊਟ੍ਰੀਸ਼ਨ। Dash from the air is taken in through the tiny pore called stomata present on the surface of leaf। Carbon dioxide CO2 from the air, ਹੈ ਨਾ। ਕਾਰਬਨ ਡਾਈਆਕਸਾਈਡ 에ਅਰ ਦੇ ਵਿੱਚੋਂ ਲਈ ਜਾਂਦੀ ਹੈ, ਕਿਹਦੇ ਦੁਆਰਾ ਲਈ ਜਾਂਦੀ ਹੈ, ਟਾਈਨੀ ਪੋਰਸ। ਕਿਹੜੇ ਹੁੰਦੇ ਨੇ, ਸਟੋਮੈਟਾ, ਜਿਹੜੇ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ, ਸਰਫੇਸ, ਲੋਅਰ ਸਰਫੇਸ ਆਫ ਦਾ ਲੀਵਸ ਤੇ। ਡੈਸ਼ ਇਜ਼ ਦਾ ਇਨੀਸ਼ੀਅਲ ਪ੍ਰੋਡਕਟ ਆਫ ਫੋਟੋਸਿੰਥੇਸਿਸ। ਹਾਂਜੀ, ਇਨੀਸ਼ੀਅਲ ਪ੍ਰੋਡਕਟ ਕਿਹੜਾ, ਸਟਾਰਚ ਜਾਂ ਫਿਰ ਗਲੂਕੋਜ਼। ਹੁਣ ਇਹ ਜਿਹੜੀ ਬੁੱਕ ਆ, ਇਹ ਨਿਊ ਬੁੱਕ ਆ ਨਾ, ਮੈਂ ਪਹਿਲਾਂ ਪੁਰਾਣੀ ਬੁੱਕ ਤੇ ਪੜ੍ਹਾਉਂਦਾ ਰਿਹਾ ਤੇ ਇਹਦੇ ਵਿੱਚ ਤੁਹਾਨੂੰ ਉਹ ਵੀ ਦਿੱਤਾ ਹੋਇਆ, ਕੈਮੀਕਲ ਰਿਐਕਸ਼ਨ ਵੀ ਦਿੱਤੀ ਹੋਈ ਆ C6H12O6 ਵਾਲੀ, ਤਾਂ ਉਹ ਵੀ ਲਿਖ ਲੈਣੀ ਆ ਤੁਸੀਂ। ਠੀਕ ਹੈ, ਤਾਂ ਉਹਦਾ ਜਿਹੜਾ ਪ੍ਰੋਡਕਟ ਨਿਕਲਦਾ, ਸਭ ਤੋਂ ਮੇਨ ਪ੍ਰੋਡਕਟ, ਮੈਂ ਪਹਿਲਾਂ ਤੁਹਾਨੂੰ ਸਟਾਰਚ ਬੋਲਿਆ ਸੀ, ਬਟ ਹੁਣ ਕਿਹੜਾ ਨਿਕਲਿਆ, ਗਲੂਕੋਜ਼। ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਵੀ ਸਟਾਰਚ ਤੇ ਗਲੂਕੋਜ਼ ਸੇਮ ਹੀ ਹੁੰਦੇ ਨੇ। ਠੀਕ ਹੈ ਜੀ, ਨੈਕਸਟ, the plants which depend upon food produced by other plants are called parasite। ਇਹ ਆਪਾਂ ਪੜਿਆਗਾ, ਕੌਣ ਹੁੰਦਾ ਪੈਰਾਸਾਈਟ, ਕਸਕਿਊਟਾ ਪਲਾਂਟ, ਹੈ ਨਾ। ਅਮਰਬੇਲ, ਅਮਰਬੇਲ ਇਜ਼ ਦਾ ਪੈਰਾਸਾਈਟ ਪਲਾਂਟ। ਨੈਕਸਟ ਬੇਟਾ ਟਰੂ ਫਾਲਸ ਤੇ ਆ ਜਾਓ। ਕਾਰਬੋਹਾਈਡਰੇਟਸ ਇਜ਼ ਨਾਟ ਐਸੈਂਸ਼ੀਅਲ ਕੰਪੋਨੈਂਟ ਆਫ ਫੂਡ। ਇਹ ਫਾਲਸ ਹੈ, ਕਾਰਬੋਹਾਈਡਰੇਟ ਚਾਹੀਦੀ ਆ ਆਪਾਂ ਨੂੰ, ਇਹ ਦੂਜੀ ਲਾਈਨ 'ਚ ਹੀ ਲਿਖਿਆ ਹੋਇਆ ਪੂਰੇ ਚੈਪਟਰ ਦੀ 'ਚ। ਠੀਕ ਹੈ, ਆਲ ਗ੍ਰੀਨ ਪਲਾਂਟਸ ਆਰ ਆਟੋਟ੍ਰੋਫਸ। ਨਹੀਂ ਬੇਟਾ, ਇਹ ਫਾਲਸ ਹੈ, ਆਲ ਨਹੀਂ ਹੁੰਦੇ, ਕਿਉਂਕਿ ਆਪਾਂ ਇੱਕ ਐਗਜ਼ਾਮਪਲ ਦੇਖੀ ਆ। ਕਿਹਦੀ ਐਗਜ਼ਾਮਪਲ ਦੇਖੀ ਆ, ਆਪਾਂ ਦੇਖਿਆ ਬੇਟਾ ਪਿੱਚਰ ਪਲਾਂਟ ਦੀ। ਪਿੱਚਰ ਪਲਾਂਟ ਹੈਗਾ ਤਾਂ ਗ੍ਰੀਨ ਆ, ਬਟ ਉਹ ਕੀ ਹੈ, ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਕਰਦਾ, ਇਨਸੈਕਟੀਵੋਰਸ ਆ। ਇਹਦਾ ਮਤਲਬ ਆਲ ਗ੍ਰੀਨ ਪਲਾਂਟਸ ਆਰ ਨਾਟ ਆਟੋਟ੍ਰੋਫਸ। ਇਹ ਵੀ ਫਾਲਸ ਹੋ ਗਿਆ ਬੇਟਾ। ਯੂਗਲੀਨਾ ਇਜ਼ ਅ ਆਰਗੇਨਿਜ਼ਮ ਦੈਟ ਹੈਜ਼ ਬੋਥ ਪਲਾਂਟ ਐਂਡ ਐਨੀਮਲ ਲਾਈਕ ਕਰੈਕਟਰ। ਠੀਕ ਹੈ, ਇਹ ਆਪਾਂ ਪੈਰਾ, ਇਹ ਨਵਾਂ ਐਡ ਹੋਇਆ ਤੁਹਾਡੀ ਨਵੀਂ ਬੁੱਕ 'ਚ, ਆਪਾਂ ਇਹ ਪੜ੍ਹ ਦਿੰਦੇ ਹਾਂ। ਇਹਦੇ ਉੱਪਰ ਦੇਖੋ ਦਿੱਤਾ ਹੋਇਆਗਾ, ਪਹਿਲੇ ਹੀ ਪੇਜ ਤੇ ਆ ਤੁਹਾਡਾ, ਇੱਥੇ ਆ ਦੇਖੋ, ਇਹ ਯੂਗਲੀਨਾ ਦਿੱਤਾ ਹੋਇਆ ਜਿਹੜਾ ਇਹ ਪੂੰਛ ਜੀ ਵਾਲਾ। ਠੀਕ ਹੈ, ਯੂਗਲੀਨਾ। ਯੂਗਲੀਨਾ ਇਜ਼ ਐਨ ਆਰਗੇਨਿਜ਼ਮ ਦੈਟ ਸ਼ੋਜ਼ ਬੋਥ ਟਾਈਪ ਆਫ ਨਿਊਟ੍ਰੀਸ਼ਨ, ਆਟੋਟ੍ਰੋਫਿਕ ਐਜ਼ ਵੈਲ ਐਜ਼ ਹੈਟਰੋਟ੍ਰੋਫਿਕ, ਐਂਡ ਹੈਜ਼ ਬੋਥ ਪਲਾਂਟ ਐਂਡ ਐਨੀਮਲ ਲਾਈਕ ਕਰੈਕਟਰ। ਕਹਿੰਦਾ ਯੂਗਲੀਨਾ ਦੋਨੇ ਤਰ੍ਹਾਂ ਦਾ ਉਹ ਕਰਦਾ ਹੈਗਾ। ਠੀਕ ਹੈ, ਆਟੋਟ੍ਰੋਫ ਵੀ ਆ ਇਹ, ਹੈਟਰੋਟ੍ਰੋਫ ਵੀ ਆ।
ठीक है। ये आपदा भोजन आप भी बना लैंदा, ये किसी तो भी आपदा भोजन गेन कर लैंदा। ਇਹਦੇ ਕੋਲ ਕਹਿੰਦਾ ਦੋਨੇ ਤਰ੍ਹਾਂ ਦੇ ਕਰੈਕਟਰ ਨੇ, ਪਲਾਂਟ ਤੇ ਐਨੀਮਲ ਦੇ ਕਰੈਕਟਰ ਨੇ ਇਹਦੇ ਕੋਲ। ਤਾਂ ਇਹ ਜਿਹੜਾ ਆਪਣੇ ਕੋਲ ਟਰੂ ਫਾਲਸ ਹੈ, ਟਰੂ ਹੋ ਗਿਆ। ਉਹਨੇ ਬੋਲਿਆ ਨਾ, ਉਹਨੇ ਟਰੂ ਫਾਲਸ ਦੇ ਵਿੱਚ ਕੀ ਕਿਹਾ? ਉਹਨੇ ਕਿਹਾ ਜੁਗਲੀਨਾ ਇਜ਼ ਐਨ ਆਰਗੈਨਿਜ਼ਮ ਦੈਟ ਹੈਜ਼ ਬੋਥ ਪਲਾਂਟ ਐਂਡ ਐਨੀਮਲ ਲਾਈਕ ਕਰੈਕਟਰ। ਟਰੂ। ਸਨਲਾਈਟ ਇਜ਼ ਨਾਟ ਨੈਸੈਸਰੀ ਫॉर ਫੋਟੋਸਿੰਥਸਿਸ। ਫਾਲਸ। ਬੇਟਾ ਸਨਲਾਈਟ ਤੋਂ ਬਿਨਾਂ ਤਾਂ ਫੋਟੋਸਿੰਥਸਿਸ ਹੋ ਹੀ ਨਹੀਂ ਨਾ ਸਕਦੀ, ਕਿਉਂਕਿ ਫੋਟੋਸਿੰਥਸਿਸ ਦੇ ਲਈ ਤਾਂ ਮੇਨ ਚੀਜ਼ ਹੀ ਕੀ ਆ, ਜ਼ਰੂਰੀ ਸਨਲਾਈਟ ਆ। ਮੈਚ ਦਾ ਕਾਲਮ। ਐਗਰੀਕਸ ਦੇਖੋ ਬੇਟਾ, ਐਗਰੀਕਸ ਕੀ ਆ? ਐਗਰੀਕਸ ਮਸ਼ਰੂਮ ਦਾ ਨਾਮ ਆ ਨਾ, ਤੇ ਮਸ਼ਰੂਮ ਕੀ ਹੁੰਦੀ ਆ? ਸੈਪਰੋਫਾਈਟ। ਸੈਪਰੋਫਾਈਟ ਮਤਲਬ ਗਲੇ ਸਲੇ ਪਦਾਰਥਾਂ ਤੋਂ ਆਪਦਾ ਭੋਜਨ ਤਿਆਰ ਕਰਨ ਵਾਲੀ, ਤਾਂ ਇਹ ਸੈਪਰੋਫਾਈਟ ਆ। ਦੇਖੋ ਏ ਦਾ ਪਹਿਲੇ ਦਾ ਇਹ ਡੀ, ਇਹ ਪਹਿਲੇ ਨਾਲ ਮਿਲ ਗਿਆ। ਰਾਈਜ਼ੋਬੀਅਮ। ਰਾਈਜ਼ੋਬੀਅਮ ਕੀ ਸੀ ਬੇਟਾ? ਕਿੰਨਾਂ ਦੀਆਂ ਜੜ੍ਹਾਂ 'ਚ ਹੁੰਦਾ ਸੀ ਰਾਈਜ਼ੋਬੀਅਮ? ਲੈਗੂਮੀਨਸ ਪਲਾਂਟ। ਲੈਗੂਮੀਨਸ ਪਲਾਂਟ ਦੀਆਂ ਜੜ੍ਹਾਂ 'ਚ ਹੁੰਦਾ ਸੀ, ਹੈ ਨਾ। ਆਪਣਾ ਜਿਹੜੇ ਹੁੰਦੇ ਨੇ ਪ੍ਰੋਟੀਨ ਪ੍ਰੋਵਾਈਡਿੰਗ ਪਲਾਂਟਸ ਹੁੰਦੇ ਨੇ, ਲੈਗੂਮੀਨਸ ਪਲਾਂਟ। ਸੀ ਜਿਹੜਾ ਦੂਜਾ ਉਹ ਸੀ ਨਾਲ ਹੋ ਗਿਆ, ਮੈਚ ਹੋ ਗਿਆ। ਕਲੋਰੋਫਿਲ ਕਿੱਥੇ ਹੁੰਦੀ ਆ ਬੇਟਾ? ਲੀਵਸ 'ਚ ਹੁੰਦੀ ਆ, ਠੀਕ ਹੈ। ਕਸਕਟਾ ਕੀ ਆ? ਕਸਕਿਊਟਾ ਹੈਗਾ ਇੱਕ ਪੈਰਾਸਾਈਟ ਹੈ। ਕਸਕਿਊਟਾ ਜਿਹੜੀ ਅਮਰਬੇਲ ਆ, ਉਹ ਕੀ ਹੈ? ਇੱਕ ਪੈਰਾਸਾਈਟ ਹੈ। ਇਹ ਆਪਾਂ ਮੈਚ ਦਾ ਕਾਲਮ ਵੀ ਕਰ ਲਏ। ਦੇਖੋ ਇਹ ਮੈਂ ਦੇਤੇ ਤੁਹਾਨੂੰ। ਅੱਗੇ ਬੇਟਾ ਕਰੈਕਟ ਆਪਸ਼ਨ, ਐਨ ਆਰਗੈਨਿਜ਼ਮ ਦੈਟ ਫਿਕਸ ਐਟਮੋਸਫੇਰਿਕ ਨਾਈਟ੍ਰੋਜਨ ਇਨ ਦਾ ਸੋਇਲ ਇਜ਼। ਕਿਹੜਾ ਕਰਦਾ ਬੇਟਾ? ਰਾਈਜ਼ੋਬੀਅਮ। ਇਹ ਮੈਂ ਤੁਹਾਨੂੰ ਕਿਹਾ ਸੀ ਨਾ, ਯਾਦ ਰੱਖਿਓ। ਰਾਈਜ਼ੋਬੀਅਮ ਇਜ਼ ਐਨ ਆਰਗੈਨਿਜ਼ਮ, ਇਹ ਬੈਕਟੀਰੀਆ ਹੁੰਦਾ, ਆਰਗੈਨਿਜ਼ਮ ਹੁੰਦਾ ਦੈਟ ਫਿਕਸ ਐਟਮੋਸਫੇਰਿਕ ਨਾਈਟ੍ਰੋਜਨ ਇਨ ਦਾ ਸੋਇਲ। ਦਾ ਆਰਗੈਨਿਜ਼ਮ ਦੈਟ ਕੈਨ ਨਾਟ ਪ੍ਰਿਪੇਅਰ ਦੇਅਰ ਓਨ ਫੂਡ ਐਂਡ ਡਿਪੈਂਡ ਅਪੋਨ ਅਦਰਸ ਫॉर ਫੂਡ ਇਜ਼ ਨੋਨ ਐਜ਼। ਇਹਦੇ ਵਿੱਚ ਹੈਟਰੋਟ੍ਰੋਪਸ, ਠੀਕ ਹੈ, ਦੂਜਿਆਂ ਤੇ ਡਿਪੈਂਡ ਕਰਦਾ। ਕਹਿੰਦਾ ਇੱਕ ਐਸਾ ਆਰਗੈਨਿਜ਼ਮ ਜਿਹੜਾ ਆਪਦਾ ਭੋਜਨ ਆਪ ਤਿਆਰ ਨਹੀਂ ਕਰ ਸਕਦਾ। ਆਰਗੈਨਿਜ਼ਮ ਕੀ ਹੁੰਦਾ ਬੇਟਾ? ਜਿੰਨੇ ਵੀ ਜੀਵਤ ਚੀਜ਼ਾਂ ਨੇਗੀਆਂ, ਚਾਹੇ ਉਹ ਇਨਸਾਨ ਹੈ, ਚਾਹੇ ਜਾਨਵਰ ਹੈ, ਚਾਹੇ ਆਪਣਾ ਬੈਕਟੀਰੀਆ ਹੈਗਾ, ਚਾਹੇ ਪੌਦਾ ਹੈਗਾ, ਕੋਈ ਵੀ, ਉਹ ਸਾਰੀ ਆਰਗੈਨਿਜ਼ਮਸ ਨੇ, ਠੀਕ ਹੈ। ਆਰਗੈਨਿਜ਼ਮ ਵਿੱਚ ਆ ਜਾਂਦਾ ਉਹ ਸਾਰੇ ਜੀਵਤ ਸੰਜੀਵ ਵਸਤੂਆਂ, ਠੀਕ ਹੈ, ਜੀਵਤ ਵਸਤੂਆਂ, ਤਾਂ ਇਹ ਹੈਟਰੋਟ੍ਰੋਪ, ਠੀਕ ਹੈ ਬੇਟਾ। ਫੂਡ ਫੈਕਟਰੀ ਆਫ ਦਾ ਪਲਾਂਟ ਇਜ਼ ਲੀਫ, ਹੈ ਨਾ। ਫੂਡ ਫੈਕਟਰੀ ਮਤਲਬ ਭੋਜਨ ਕਿੱਥੇ ਬਣਦਾ ਪਲਾਂਟ ਦੇ ਵਿੱਚ? ਲੀਫ ਤੇ ਬਣਦਾ, ਠੀਕ ਹੈ, ਪੱਤੇ 'ਚ। ਵਿਚ ਆਫ ਦਾ ਫੋਲੋਇੰਗ ਇਜ਼ ਸੈਪਰੋਫਾਈਟ। ਸੈਪਰੋਫਾਈਟ ਕਿਹੜਾ? ਐਗਰੀਕਸ। ਐਗਰੀਕਸ ਮਸ਼ਰੂਮ ਆ ਨਾ, ਮਸ਼ਰੂਮ ਇਜ਼ ਸੈਪਰੋਫਾਈਟ। ਰਾਈਜ਼ੋਬੀਅਮ ਸੈਪਰੋਫਾਈਟ ਤਾਂ ਨਹੀਂ ਹੈਗਾ, ਇਹ ਤਾਂ ਸਿੰਬਾਇਓਟਿਕ ਰਿਲੇਸ਼ਨ 'ਚ ਰਹਿੰਦਾ। ਕਸਕਿਊਟਾ ਪੈਰਾਸਾਈਟ ਆ ਬੇਟਾ। ਐਗਰੀਕਸ ਕੀ ਆ? ਆਪਣੇ ਕੋਲ ਸੈਪਰੋਫਾਈਟ ਹੈ। ਡਿਫਾਈਨ ਨਿਊਟ੍ਰੀਸ਼ਨ ਪੇਜ ਨੰਬਰ 1 ਤੇ ਦੇਖੋ, ਆ ਮੈਂ ਟਿਕ ਲਾਈ ਹੋਈ ਆ, ਉਹ PDF ਦੇ ਵਿੱਚ ਦੇਖ ਲਿਓ, ਪੇਜ ਨੰਬਰ 1 ਦੇ ਉੱਤੇ ਇਸ ਤਰ੍ਹਾਂ ਦੇਖੋ। VS ਦਾ ਮਤਲਬ ਵੈਰੀ ਸ਼ਾਰਟ। ਵੈਰੀ ਸ਼ਾਰਟ ਦਾ ਪਹਿਲਾ, the process of obtaining and utilizing food by an organism is called nutrition। ਇਹ ਟਿਕ ਲਾ ਕੇ ਆਪਦੀ ਕਾਪੀ ਤੇ ਕਰਨਾ ਸ਼ੁਰੂ ਕਰ ਦਿਓ, ਠੀਕ ਹੈ ਜੀ। ਤਾਂ ਵੈਰੀ ਸ਼ਾਰਟ ਦਾ ਪਹਿਲਾ ਹੋ ਗਿਆ, VS ਦਾ ਮਤਲਬ ਵੈਰੀ ਸ਼ਾਰਟ। ਨੈਕਸਟ, what is photosynthesis? ਪੇਜ ਨੰਬਰ 2 ਤੇ, ਇਹ ਪੇਜ ਨੰਬਰ 2 ਤੇ ਹੋਊਗਾ। ਦੇਖੋ ਪੇਜ ਨੰਬਰ 2 ਆ ਦੇਖੋ, VS2 ਲਿਖਿਆ ਹੋਇਆ ਨਾ ਨਾਲ। VS2 ਦਾ ਮਤਲਬ ਵੈਰੀ ਸ਼ਾਰਟ 2। Photosynthesis is the process in which green plants prepare their own food with the help of chlorophyll in the presence of sunlight, carbon dioxide and water। ਕਹਿੰਦਾ ਫੋਟੋਸਿੰਥੇਸਿਸ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਕੀ ਹੈ, ਜਿਹਦੇ ਵਿੱਚ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ। ਕਿਹਦੀ ਹੈਲਪ ਨਾਲ? ਕਾਰਬਨ ਡਾਈਆਕਸਾਈਡ ਤੇ ਵਾਟਰ ਦੀ ਹੈਲਪ ਨਾਲ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਤੇ ਕਲੋਰੋਫਿਲ ਦੀ ਹੈਲਪ ਨਾਲ, ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ, ਠੀਕ ਹੈ। ਚਲੋ ਨੈਕਸਟ ਆ ਜਾਓ। ਨੈਕਸਟ ਕੁਐਸਚਨ ਬੇਟਾ, ਨੇਮ ਦਾ ਰਾ ਮਟੀਰੀਅਲ ਰਿਕੁਆਇਰਡ ਫॉर ਫੋਟੋਸਿੰਥੇਸਿਸ। ਇਹ ਤੇ ਬੇਟਾ ਪਤਾ ਕੀ ਹੈ, ਬੇਸਿਕਲੀ ਤਾਂ ਜਿਹੜੀ ਤੁਹਾਡੀ ਕਲਾਸ ਆ ਉਸ ਤਾਂ ਕਾਰਬਨ ਡਾਈਆਕਸਾਈਡ ਤੇ ਵਾਟਰ ਹੀ ਆਉਣਗੇ, ਬਟ ਜਦੋਂ ਤੁਸੀਂ ਹਾਇਰ ਕਲਾਸਿਸ ਜਾਓਗੇ ਨਾ, ਕਲੋਰੋਫਿਲ ਵੀ ਇਹ ਨਾਲ ਲਿਖਣ ਲੱਗ ਜਾਣਗੇ, ਠੀਕ ਹੈ। ਤਾਂ ਹੁਣ ਤੁਸੀਂ ਤਿੰਨਾਂ ਚੋਂ ਮਤਲਬ ਤੁਸੀਂ ਇਹੀ ਲਿਖ ਲਓ, ਕਾਰਬਨ ਡਾਈਆਕਸਾਈਡ ਤੇ ਵਾਟਰ ਲਿਖ ਲਓ, ਠੀਕ ਹੈ। ਅਦਰਵਾਈਜ਼ ਜਦੋਂ ਤੁਸੀਂ 9th 'ਚ ਜਾਵੋਗੇ ਜਾਂ 10th 'ਚ ਜਾਵੋਗੇ ਤਾਂ ਕਲੋਰੋਫਿਲ ਵੀ ਨਾਲ ਕਹਿਣਗੇ ਤੁਹਾਨੂੰ, ਠੀਕ ਹੈ। ਵਟ ਆਰ ਇਨਸੈਕਟੀਵੋਰਸ ਪਲਾਂਟਸ? ਪੇਜ ਨੰਬਰ 4 ਤੇ ਇਨਸੈਕਟੀਵੋਰਸ ਪਲਾਂਟ ਹੈ। ਇਨਸੈਕਟੀਵੋਰਸ ਪਲਾਂਟ ਆਪਾਂ ਦੇਖੇ ਹੋਏ ਨੇ, ਕਿਹੜੇ ਹੁੰਦੇ ਨੇ ਇਨਸੈਕਟੀਵੋਰਸ? ਇਨਸੈਕਟੀਵੋਰਸ ਪਲਾਂਟ, ਇਨਸੈਕਟੀਵੋਰਸ ਆ ਦੇਖੋ, ਵੈਰੀ ਸ਼ਾਰਟ ਚੌਥਾ। There are few plants which have special structure to trap and digest insect, ठीक है। Such plants are called insectivorous plants। कहता कुछ ऐसे plant ने ਜਿਹੜੇ ਕੀ ਕਰਦੇ ਨੇ, ਇਨਸੈਕਟਸ ਨੂੰ ਕੀ ਕਰਦੇ ਨੇ ਬੇਟਾ? ਟਰੈਪ ਕਰ ਲੈਂਦੇ ਨੇ ਤੇ ਉਹਨਾਂ ਨੂੰ ਡਾਈਜੈਸਟ ਕਰ ਜਾਂਦੇ ਨੇ, ਮਤਲਬ ਹਾਜ਼ਮ ਕਰ ਜਾਂਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਇਨਸੈਕਟੀਵੋਰਸ ਪਲਾਂਟਸ। ਇਹ ਵੈਰੀ ਸ਼ਾਰਟ ਦਾ ਚੌਥਾ, ਠੀਕ ਹੈ ਜੀ। ਨੈਕਸਟ ਆ ਜਾਓ। ਸ਼ਾਰਟ
What do you mean by parasitic mode of nutrition? कहना parasitic mode of nutrition ਕੀ ਆ? ਪੈਰਾਸਾਈਟ ਕਿਹੜਾ ਸੀਗਾ? ਕਸਕਿਊਟਾ ਵਾਸ ਪੈਰਾਸਾਈਟ। ਤੇ ਇਹ 'ਚ ਕੀ ਹੁੰਦਾ ਸੀ? ਇਹ ਪੈਰਾਸਾਈਟ ਮੋਡ 'ਚ ਕੀ ਹੁੰਦਾ ਸੀ? ਇੱਕ ਜਿਹੜਾ ਪਲਾਂਟ ਸੀਗਾ ਉਹ ਦੂਸਰੇ ਪਲਾਂਟ ਦੇ ਉੱਤੇ ਆਪਦੀਆਂ ਫੂਡ ਨੀਡਸ ਵਾਸਤੇ ਡਿਪੈਂਡ ਕਰਦਾ ਸੀ, ਉਹ ਆਪਦਾ ਫੂਡ ਆਪ ਤਿਆਰ ਨਹੀਂ ਕਰ ਸਕਦਾ ਸੀ। ਤੇ ਜਿਹੜਾ ਡਿਪੈਂਡ ਕਰਦਾ ਸੀ ਉਹ ਪੈਰਾਸਾਈਟ ਸੀ, ਜਿਹਦੇ ਉੱਤੇ ਡਿਪੈਂਡ ਕਰਦਾ ਸੀ ਉਹ ਹੋਸਟ ਸੀਗਾ। ਤਾਂ ਇਹ ਪੇਜ ਨੰਬਰ 3 ਦੇ ਉੱਤੇ ਇਹ ਦਿੱਤਾ ਹੋਇਆ ਬੇਟਾ, ਇਹਨੂੰ ਯਾਦ ਕਰਨਾ ਤੁਸੀਂ ਇਹ ਸਾਰਾ, ਠੀਕ ਆ। ਪੈਰਾਸਾਈਟ, parasitic mode. Some heterotrophic plants depend on other, ਆ ਦੇਖੋ short, S ਦਾ ਮਤਲਬ short ਦਾ ਪਹਿਲਾ ਆਨਸਰ। Some heterotrophic plants depend upon other plants and animals for food. Such plants are called parasite and the plant on which they depend are called host. ਅੱਗੇ ਨਾਲ ਇੱਕ ਲਾਈਨ ਲਿਖ ਲਿਓ, this kind of nutrition is called parasitic mode of nutrition. This kind of nutrition is called parasitic mode of nutrition. ਨਾਲ ਇਹਦੀ ਐਗਜ਼ਾਮਪਲ ਲਿਖ ਦਿਓ, ਕਸਕਿਊਟਾ, CUSCUTA, ਕਸਕਿਊਟਾ, ਠੀਕ ਹੈ। ਅਮਰਬੇਲ ਕਹਿੰਦੇ ਨੇ ਇਹਨੂੰ, ਠੀਕ ਹੈ, ਜਾਂ ਡਾਡਰ ਇਹਦਾ ਤੀਸਰਾ ਨਾਮ ਆ ਗਿਆ, ਡਾਡਰ, ਬਟ ਕਸਕਿਊਟਾ ਇਹਦਾ ਸਾਇੰਟਿਫਿਕ ਨੇਮ ਆ, ਠੀਕ ਹੈ ਬੇਟਾ, ਕਸਕਿਊਟਾ। ਅੱਗੇ ਆ ਜਾਓ ਬੇਟਾ, ਆਪਣੇ ਕੋਲ ਸ਼ਾਰਟ ਦਾ ਐਕਸਪਲੇਨ ਸਿੰਬਾਇਓਟਿਕ ਰਿਲੇਸ਼ਨਸ਼ਿਪ। ਸਿੰਬਾਇਓਟਿਕ ਰਿਲੇਸ਼ਨਸ਼ਿਪ ਕੀ ਹੁੰਦਾ? ਸਿੰਬਾਇਓਟਿਕ ਰਿਲੇਸ਼ਨਸ਼ਿਪ ਉਹ ਰਿਲੇਸ਼ਨਸ਼ਿਪ ਆ ਜਿਹਦੇ ਵਿੱਚ ਦੋ ਆਰਗੇਨਿਜ਼ਮ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਆਪਦੀਆਂ ਇੱਕ ਆਰਗੇਨਿਜ਼ਮ ਕੀ ਕਰਦਾ? ਸ਼ੈਲਟਰ ਤੇ ਫੂਡ ਪ੍ਰੋਵਾਈਡ ਕਰਦਾ ਹੈਗਾ, ਸ਼ੈਲਟਰ ਪ੍ਰੋਵਾਈਡ ਕਰਦਾ, ਦੂਸਰਾ ਉਹਨੂੰ ਫੂਡ ਪ੍ਰੋਵਾਈਡ ਕਰਦਾ, ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਸਿੰਬਾਇਓਟਿਕ, ਆ ਪਿਆ ਬੇਟਾ ਸਿੰਬਾਇਓਟਿਕ ਰਿਲੇਸ਼ਨ। ਸਿੰਬਾਇਓਟਿਕ ਪਲਾਂਟ, two different kinds of organisms live together and share shelter and nutrition. This is called symbiotic relationship, ਠੀਕ ਹੈ ਜੀ। ਤਾਂ ਇਹ symbiotic relationship ਆ। ਤੇ ਉਹਨੇ ਆਪਾਂ ਨੂੰ ਕੀ ਕਿਹਾ ਸੀ? ਉਹਨੇ ਆਪਾਂ ਨੂੰ ਕਿਹਾ ਸੀ explain symbiotic relationship. explain ਦਾ ਮਤਲਬ ਆਪਾਂ ਨੂੰ ਐਗਜ਼ਾਮਪਲ ਵੀ ਦੇਣੀ ਪਊ ਨਾਲ। in this case, ਠੀਕ ਹੈ, in this case ਇੱਥੋਂ ਨਾਲ ਅੱਗੇ ਵੀ ਕਰ ਲਿਓ ਇਹਨੂੰ ਨਾਲ ਟਿਕ। in this both the organism are benefited from each other, ठीक है, both the organism are benefited from each other. Example लिख लो, certain fungi lives in the roots of trees. They receive shelter and nutrition from the tree and in return they help the tree to absorb water and mineral from the soil. ਇਹ ਪੂਰਾ ਪੈਰਾ ਆ ਜਾਊਗਾ ਬੇਟਾ 4 ਨੰਬਰ ਪੇਜ ਦਾ, ਇੱਥੇ ਤੱਕ ਪੂਰਾ ਪੈਰਾ। ਇਹ ਕੀ ਹੈਗਾ ਤੁਹਾਡਾ? ਸਿੰਬਾਇਓਟਿਕ ਪਲਾਂਟ ਦੀ ਐਕਸਪਲੇਨੇਸ਼ਨ ਆ, ਸਿੰਬਾਇਓਟਿਕ ਰਿਲੇਸ਼ਨਸ਼ਿਪ ਦੀ ਐਕਸਪਲੇਨੇਸ਼ਨ ਆ, ਠੀਕ ਹੈ ਜੀ। ਤੇ ਇਹਦੀ ਇੱਕ ਐਗਜ਼ਾਮਪਲ ਲਿਖ ਦਿਓ, ਲਾਈਕਨ। ਲਾਈਕਨ ਇਜ਼ ਐਨ ਐਗਜ਼ਾਮਪਲ ਆਫ ਕਿਹਦੀ ਐਗਜ਼ਾਮਪਲ ਆ? ਐਲਗੀ ਤੇ ਫੰਜਾਈ ਦਾ ਸਿੰਬਾਇਓਟਿਕ ਰਿਲੇਸ਼ਨਸ਼ਿਪ ਆ। ਇਹ ਅਲੱਗ ਕੁਐਸਚਨ ਹੀ ਬਣਾ ਲਓ, ਵਾਟ ਇਜ਼ ਲਾਈਕਨ, ਇਹ ਅਲੱਗ ਕੁਐਸਚਨ ਬਣਾ ਲਓ, ਵਾਟ ਇਜ਼ ਲਾਈਕਨ। ਕਹਿੰਦਾ ਲਾਈਕਨ ਇਜ਼ ਐਨ ਸਿੰਬਾਇਓਟਿਕ ਰਿਲੇਸ਼ਨਸ਼ਿਪ ਬਿਟਵੀਨ ਐਲਗੀ ਐਂਡ ਫੰਜਾਈ, ਠੀਕ ਹੈ। ਇਹ 'ਚ ਕੀ ਹੁੰਦਾ? ਫੰਜਾਈ ਐਬਜ਼ੌਰਬ ਵਾਟਰ ਐਂਡ ਪ੍ਰੋਵਾਈਡ ਸ਼ੈਲਟਰ ਐਂਡ ਇਨ ਰਿਟਰਨ ਐਲਗੀ ਪ੍ਰੋਵਾਈਡ ਫੂਡ। ਇਹ ਸਾਰੇ ਹੀ ਬਣਾ ਦਿਓ, ਐਕਸਪਲੇਨ ਲਾਈਕਨ। ਇਹ ਕੁਐਸਚਨ ਬਣਾ ਲਓ, ਐਕਸਪਲੇਨ ਲਾਈਕਨ। ਤਾਂ ਉਹਦੇ ਵਿੱਚ ਇਹ ਲਿਖੋ, ਲਾਈਕਨ ਇਜ਼ ਦਾ ਲਿਵਿੰਗ ਐਗਜ਼ਾਮਪਲ ਆਫ ਮਿਊਚੁਅਲ ਪਾਰਟਨਰਸ਼ਿਪ ਔਰ ਯੂ ਕੈਨ ਸੇ ਸਿੰਬਾਇਓਟਿਕ ਰਿਲੇਸ਼ਨਸ਼ਿਪ ਬਿਟਵੀਨ ਐਲਗੀ ਐਂਡ ਫੰਜਾਈ। ਦ ਫੰਜਾਈ ਐਬਜ਼ੌਰਬ ਵਾਟਰ ਐਂਡ ਪ੍ਰੋਵਾਈਡ ਸ਼ੈਲਟਰ ਐਂਡ ਇਨ ਰਿਟਰਨ ਐਲਗੀ ਪ੍ਰੋਵਾਈਡ ਫੂਡ, ਠੀਕ ਹੈ ਜੀ। ਤਾਂ ਇਹ ਕਰ ਦਿਓ ਇੱਥੇ ਤੱਕ। ਹਾਊ ਡੂ ਪਿਕਚਰ ਪਲਾਂਟ ਕੈਚ ਇਨਸੈਕਟ? ਇਹ ਬੇਟਾ ਇਹ ਧਿਆਨ ਨਾਲ ਦੇਖਿਓ, ਇਹ ਸੁਣਿਓ ਅੱਛਾ ਮੇਰੇ ਤੋਂ ਵੀ ਇਹ ਕੀ ਲਿਖਣਾ ਆਪਾਂ ਇਹਦੇ ਵਿੱਚ ਆਪਾਂ ਕੁਝ ਚੀਜ਼ਾਂ ਕੱਟਾਂਗੇ ਜਿਹੜਾ ਬੁੱਕ 'ਚ ਲਿਖਿਆ ਹੋਇਆ, ਆਪਾਂ ਈਜ਼ੀ ਕਰਾਂਗੇ ਉਹਨੂੰ। ਪੇਜ ਨੰਬਰ 4 ਦੇ ਉੱਤੇ ਇਨਸੈਕਟੀਵੋਰਸ ਦੇਖੋ ਜੀ, ਕਹਿੰਦਾ ਇੱਥੋਂ ਸ਼ੁਰੂ ਕਰਿਓ। ਦ ਲੀਵਸ ਆਫ ਪਿਕਚਰ ਪਲਾਂਟ, ਦੇਖੋ ਸ਼ਾਰਟ ਨੰਬਰ 3 ਲਿਖਿਆ ਹੋਇਆ ਨਾ। ਦ ਲੀਵਸ ਆਫ ਪਿਕਚਰ ਪਲਾਂਟ ਆਰ ਮੋਡੀਫਾਈਡ ਐਜ਼ ਪਿਕਚਰ ਸ਼ੇਪ, ਪਿਕਚਰ ਮਤਲਬ ਘੜੇ ਵਰਗੇ ਬਣ ਜਾਂਦੇ ਨੇ, ਠੀਕ ਹੈ, ਟੂ ਟਰੈਪ ਇਨਸੈਕਟ, ਠੀਕ ਹੈ, ਟੂ ਟਰੈਪ ਇਨਸੈਕਟ। ਇਹ ਤੋਂ ਬਾਅਦ ਆਹ ਲਾਈਨ ਕੱਟ ਦੋ, ਦ ਓਪਨਿੰਗ ਆਫ ਪਿਕਚਰ ਇਜ਼ ਲਾਈਨਡ ਵਿਦ ਡਾਊਨਵਰਡ ਪੁਆਇੰਟਿੰਗ ਹੇਅਰ, ਇਹ ਕੱਟ ਦੋ, ਠੀਕ ਹੈ। ਅੱਗੇ ਆ ਜਾਓ, ਇਹ ਲਿਖੋ ਹੁਣ, ਵੈਨ ਇਨਸੈਕਟ ਸਿਟਸ ਔਨ ਦ ਓਪਨਿੰਗ ਆਫ ਪਿਕਚਰ ਇਟਸ ਸਲਿਪਸ ਡਾਊਨ, ਕੈਨ ਨਾਟ ਕਲਾਈਮ ਬੈਕ ਐਂਡ ਗੈਟ ਟਰੈਪਡ। ਕਹਿੰਦਾ ਜਦੋਂ ਇਨਸੈਕਟ ਉਹਦੇ ਅੰਦਰ ਓਪਨਿੰਗ ਦੇ ਉੱਤੇ ਬਹਿ ਜਾਂਦਾ ਆ ਕੇ ਪਿਕਚਰ ਪਲਾਂਟ ਦੇ, ਠੀਕ ਹੈ, ਤਾਂ ਉਹ ਅੰਦਰ ਨੂੰ ਕੀ ਹੋ ਜਾਂਦਾ? ਸਲਿਪ ਕਰ ਜਾਂਦਾ। ਤੇ ਕੈਨ ਨਾਟ ਕਲਾਈਮ ਬੈਕ, ਤੇ ਉੱਤੇ ਦੁਬਾਰਾ ਨਹੀਂ ਚੜ੍ਹ ਸਕਦਾ। ਐਂਡ ਗੈਟ ਟਰੈਪਡ, ਤੇ ਕੀ ਹੋ ਜਾਂਦਾ? ਟਰੈਪ ਹੋ ਜਾਂਦਾ ਉੱਤੇ। ਇਟ ਗੈਟਸ ਡਾਈਜੈਸਟਡ ਬਾਈ ਡਾਈਜੈਸਟਿਵ ਜੂਸ ਪ੍ਰੈਜ਼ੈਂਟ ਇਨ ਦਾ ਪਿਕਚਰ। ਸੋ ਠੀਕ ਹੈ ਜੀ। ਤਾਂ ਇਹਦੇ ਵਿੱਚ ਇਹ ਕੀ ਹੋ ਜਾਂਦਾ? ਪਿਕਚਰ ਦੇ ਵਿੱਚ ਹੀ ਇਹ ਪਿਕਚਰ ਦੇ ਜਿਹੜੇ ਡਾਈਜੈਸਟਿਵ ਜੂਸ ਹੁੰਦੇ ਨੇ ਉਹ ਪਿਕਚਰ ਦੇ ਵਿੱਚ ਉਹਨੂੰ ਡਾਈਜੈਸਟ ਕਰ ਜਾਂਦੇ ਨੇ। ਤਾਂ ਇਹੀ ਲਿਖਣਾ। ਤੇ ਇਹ ਜਿਹੜੀ ਆ ਵਿਚਾਲੇ ਲਾਈਨ ਹੈਗੀ, ਠੀਕ ਹੈ, ਇਹ ਕੱਟ ਦੇਣੀ ਆ ਬੇਟਾ ਜੀ, ਇਹ ਔਖਾ ਜਿਹਾ ਕਰ ਦਿੰਦੀ ਆ ਇਹਦਾ ਕੋਈ ਫਾਇਦਾ ਨਹੀਂ, ਠੀਕ ਹੈ। ਇਹ ਆਹ ਵਾਲੀ ਲਾਈਨ ਦਾ ਓਪਨਿੰਗ ਆਫ ਪਿਕਚਰ is lined with downward pointing here, ਇਹ ਕੋਈ ਨਾ, ਇਹ ਕੱਟ ਦਿਓ ਲਾਈਨ। ਅੱਗੇ ਸਿੱਧਾ ਆ ਜਾਓ, when insect sit on the opening of the picture it splits down, cannot climb back and get trapped,
इट गैट्स डाइजेस्टेड बाय डाइजेस्टिव जूसिज प्रेजेंट इन द पिक्चर। ठीक है जी। चलो नैक्सट आ जाओ बेटा, लॉन्ग आंसर, हाउ आर न्यूट्रीएंट्स रिप्लेनिश इन सॉइल। ये आप देखा पूरा ही सारा जो आप लास्ट पैरा पढ़िया, हाउ न्यूट्रीएंट्स आर रिप्लेनिश इन सॉइल, ये पूरे का पूरा ही कर देना। कहना प्लांट एब्जॉर्ब वाटर मिनरल्स एंड एंड तक, इतने तक सारे का सारा, ये सारे का सारा ही लॉन्ग आंसर आ जाना है। ठीक है। नैक्सट आ जाओ, वट डू यू मीन बाय न्यूट्रीएंट्स। सब तो पहला तो कहना न्यूट्रीएंट का की मतलब है, एक्सप्लेन वेरीअस मोड्स ऑफ न्यूट्रीशन इन प्लांट्स। देखो न्यूट्रीएंट ते न्यूट्रीशन च फर्क है ना, न्यूट्रीशन तो हैगा भोजन लैना ते उहनूं वरतना, न्यूट्रीएंट्स की हुंदे ने, न्यूट्रीएंट्स हुंदे ने भोजन के कंपोनेंट्स। तो पहला तो एक डेफिनेशन लिखियो, डेफिनेशन के लिखो आंसर के न्यूट्रीएंट्स लिख के ना डेफिनेशन लिखियो, कार्बोहाइड्रेट्स फैट्स प्रोटीन विटामिन एंड मिनरल्स आर एसेंशियल कंपोनेंट ऑफ फूड, they fulfill the requirement of food of the body and are known as nutrients। ठीक है, ये तो न्यूट्रीएंट की डेफिनेशन आ गई। ठीक है बेटा, कहना जेड़े यह जे कंपोनेंट ने जेड़े भोजन दियां नीड्स पूरियां करते हैं उन्होंने आपां की कहने, न्यूट्रीएंट्स कहने हैं। ठीक है जी। तो हुण उन्हें अगे की कहा, उन्हें अगे कहा वट आर द वेरीअस काइंड्स ऑफ न्यूट्रीशन इन प्लांट्स। तो प्लांट दे विच दो तरह का बेसिक न्यूट्रीशन सीगा, किहड़ा किहड़ा, ऑटोट्रॉफ ते हेटरोट्रॉफ। ये वो हैगा जिहड़ी मैं तुहानूं सब तो पहला PDF भेजी है, जिहदे विच मैं प्लांट न्यूट्रीशन इन प्लांट दे विच ऐ 4 करके वो एरोज लाए हुए ने। ठीक है, 4 एरोज लाए हुए ना, पहला ऑटोट्रॉफ, फिर हेटरोट्रॉफ, फिर अपना पैरासाइटिक, फिर अपने कोल यू कैन से सिम्बायोटिक, वो सारे वो 4। फिर तुसीं की करना, एक्सप्लेन करना ना, तुसीं लिखियो फिर अगे ऑटोट्रॉफिक न्यूट्रीशन। ऑटोट्रॉफिक न्यूट्रीशन की डेफिनेशन लिख देनी है। ठीक है, कि सिंपल ऑर्गेनिज्म विच मेक देयर ओन फूड फ्रॉम सिंपल सबसटेंस आर कॉल्ड ऑटोट्रॉफिक न्यूट्रीशन। ये नंबर 1 लिख लेना। उस बाद तुसीं लिखना हेटरोट्रॉफिक न्यूट्रीशन। उस बाद तुसीं लिखना हेटरोट्रॉफिक न्यूट्रीशन। हेटरोट्रॉफिक न्यूट्रीशन दे विच की लिखना, हेटरोट्रॉफिक न्यूट्रीशन। हेटरोट्रॉफिक न्यूट्रीशन दे विच ऑर्गेनिज्म विच कैन नॉट प्रिपेयर देयर ओन फूड एंड डिपेंड अपॉन अदर्स फॉर फूड आर कॉल्ड हेटरोट्रॉप्स। ठीक है, ये तुसीं हेटरोट्रॉफिक न्यूट्रीशन दे विच लिख देना। अगे हेटरोट्रॉफिक न्यूट्रीशन दियां तुसीं 3 टाइप्स बनाउणियां ने, पैरासाइटिक, इंसैक्टिवोरस ते सैप्रोफाइटिक। ठीक है, पैरासाइटिक, इंसैक्टिवोरस ते सैप्रोफाइटिक। इन्हां नूं एक लाइन दे विच, 2 लाइन दे विच एक्सप्लेन कर देना। पैरासाइट दा मतलब सम हेटरोट्रॉफिक प्लांट्स डिपेंड अपॉन अदर प्लांट्स एंड एनिमल फॉर फूड। ठीक है, फॉर एग्जाम्पल कस्क्यूटा, बस एम लिख देना। उदू बाद इंसैक्टिवोरस, ठीक है, देयर आर फ्यू प्लांट्स विच हैव स्पैशल स्ट्रक्चर टू ट्रैप द डाइजेस्टिव इंसैक्ट सच एज आर कॉल्ड इंसैक्टिवोरस। एग्जाम्पल लिख देनी है पिक्चर प्लांट। ठीक है बेटा। नैक्सट सैप्रोफाइटिक प्लांट दे विच देयर आर प्लांट्स विच फीड ऑन डेड एंड डिकेइंग मैटर ऑफ द फूड, दे गेट फूड फ्रॉम बस ऑन द डेड एंड डिकेइंग मैटर। यदि एग्जाम्पल लिख देनी है मशरूम। ठीक है जी। दैन सिम्बायोटिक प्लांट। ठीक है, सिम्बायोटिक प्लांट दे विच भी यही डेफिनेशन दे के, 2 डिफरेंट काइंड्स ऑफ ऑर्गेनिज्म लिव टुगेदर एंड शेयर शेल्टर एंड न्यूट्रिशन, दिस इज कॉल्ड सिम्बायोटिक रिलेशन। एग्जाम्पल लाइकन। ठीक है, लाइकन ते माइक्रोरिज़ा। ठीक है, चलो लाइकन दे दो एग्जाम्पल, बहुत है बस एक। ठीक है जी। तो इस तरह नाल ये अपना जिहड़ा चैप्टर है खत्म हुंदा। एक चीज़ होर है इत्थे बेटा, जिहड़ा कल्ला CO2 लिखिया ना मैं, नहीं इत्थे नहीं, जिहड़ा अपना थर्ड फिल इन द ब्लैंक आ, इत्थे ग्लूकोज की जगह कर लियो ग्लूकोज एंड ऑक्सीजन। नहीं इज लिखिया ना, इज। ठीक है, ग्लूकोज ही रखो, ग्लूकोज इज द इनिशियल प्रोडक्ट ऑफ फोटोसिंथेसिस। इत्थे जां ऑक्सीजन आ सकदा, जां। ठीक है, चाहे कल्ला ग्लूकोज लिख दो, चाहे कल्ला ऑक्सीजन लिख दो। ठीक है, जे इत्थे R आ जांदा ना, ग्लूकोज मतलब आ जांदा डैश R द इनिशियल प्रोडक्ट ऑफ फोटोसिंथेसिस, तां तुसीं लिख सकदे सी ग्लूकोज एंड ऑक्सीजन आर द इनिशियल प्रोडक्ट ऑफ फोटोसिंथेसिस, तां वो ठीक हुंदा। ठीक है, बट इन्हें इत्थे इज लिखिया ना, इस दा मतलब इक्को ही चीज़, तो ग्लूकोज इज राइट आंसर। तो इस तरह बेटा अपना ये सारा चैप्टर हो गया। तो ये जिहड़े आंसर, ये क्वेश्चन आंसर ने तुसीं कापी दे उत्ते लिख के मैं हुण जूम क्लास कंडक्ट करूँगा थोड़ी आफ्टर अज की अज हैगा बेटा जी फ्राइडे सैटरडे। चलो संडे नूं मैं थोड़ी जूम क्लास कंडक्ट करूँगा या आफ्टर संडे। ठीक है, जां चलो संडे नूं थोड़ी जूम क्लास अपना कंडक्ट करूँगा, तो उहदे विच मैं थोड़ियां कॉपीज़ देखूँ सारियां। ठीक है, लाइव होके मैं थोड़ियां सारियां दी कॉपीज़ देखूँगा, तो वो तुसीं काम करना ही करना गा सारा। ठीक है बेटा, आपदा ध्यान नाल
ਕੁਐਸਚਨ ਲਿਖੋ ਤੇ ਇਹਨੂੰ ਯਾਦ ਕਰੋ। ਉਦੋਂ ਬਾਅਦ ਬੇਟਾ ਟਿਊਜ਼ਡੇ ਨੂੰ ਇਹਦਾ ਟੈਸਟ ਹੋਊਗਾ ਤੁਹਾਡਾ, ਠੀਕ ਹੈ। ਟਿਊਜ਼ਡੇ ਨੂੰ ਤੁਹਾਡਾ ਇਸ ਚੈਪਟਰ ਦਾ, ਇਸ ਪਿਛਲੀ ਐਕਸਰਸਾਈਜ਼ਸ ਦਾ, ਇਹਨਾਂ ਸਾਰਿਆਂ ਦਾ ਕੀ ਹੋਊਗਾ, ਟੈਸਟ ਹੋਊਗਾ। ਤੇ ਆਰਾਮ ਨਾਲ ਤੁਸੀਂ ਇਹ ਚੀਜ਼ਾਂ ਯਾਦ ਵੀ ਕਰਨੀਆਂ ਨੇਗੀਆਂ ਤੇ ਲਿਖਣੀਆਂ ਵੀ ਨੇ। ਬਹੁਤ ਟਾਈਮ ਆ ਤੁਹਾਡੇ ਕੋਲ। ਆਲ ਦਾ ਬੈਸਟ। ਠੀਕ ਹੈ ਜੀ।